हाँ जी, गुड ਈਵਨਿੰਗ, ਵੈਰੀ ਗੁੱਡ ਈਵਨਿੰਗ ਟੂ ਆਲ ਆਫ ਯੂ। ਸਾਰਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸੋਨੂ ਰਾਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ KV ਕਲਾਸਿਸ ਸਰਦੂਲਗੜ੍ਹ ਦੇ ਵਿੱਚ। ਤਾਂ ਅੱਜ ਤੋਂ ਜਿਹੜਾ ਆਪਾਂ ਸੈਸ਼ਨ ਜਿਹੜਾ ਹੈ ਰਾਜੇ ਸ਼ੁਰੂਆਤ ਕਰ ਰਹੇ ਹਾਂ, ਉਹ ਕਰ ਰਹੇ ਹਾਂ ਕਰੰਟ ਅਫੇਅਰ ਦੀ। ਡੇਲੀ ਆਪਾਂ 8 ਵਜੇ ਜਿਹੜਾ ਸੈਸ਼ਨ ਹੈ ਕਰੰਟ ਅਫੇਅਰ ਦਾ ਉਹ ਰੱਖਾਂਗੇ। ਡੇਲੀ ਜਿਹੜੀ ਕਲਾਸ ਹੈ 8 ਵਜੇ ਤੁਹਾਨੂੰ ਲਾਈਵ ਜਿਹੜੀ ਦੇਖਣ ਨੂੰ ਮਿਲੇਗੀ ਕਰੰਟ ਅਫੇਅਰ ਦੀ। ਤਾਂ ਆਪਾਂ 10 ਜਾਂ 15 ਦਿਨਾਂ ਦੇ ਵਿੱਚ ਜਿੰਨੇ ਵੀ ਕਰੰਟ ਅਫੇਅਰ ਨੇ ਪਿਛਲੇ 6 ਮਹੀਨੇ ਦੇ, ਉਹ ਆਪਾਂ ਸਾਰੇ ਦੇ ਸਾਰੇ ਜਿਹੜੇ ਇੰਪੋਰਟੈਂਟ ਕੁਐਸਚਨ ਬਣਦੇ ਨੇ, ਖਾਸ ਕਰਕੇ SSC GD ਦੇ ਜਿਹੜੇ ਵਿਦਿਆਰਥੀਆਂ ਨੇ ਪੇਪਰ ਦੇਣਾ ਹੈ ਉਹਨਾਂ ਵਾਸਤੇ, ਅਤੇ ਜਿਨ੍ਹਾਂ ਨੇ ਪੰਜਾਬ ਦੇ ਕਿੰਨੇ ਵੀ ਹੁਣ ਜਿਹੜੇ PSPCL ਦਾ ਆ ਰਿਹਾ ਹੈ, PSSB ਦਾ ਆ ਰਿਹਾ ਜੀ, ਜਾਂ ਬੈਂਕਿੰਗ ਦਾ ਕੋਈ ਐਗਜ਼ਾਮ ਦੇਣਾ ਹੈ, ਤਾਂ ਇਹਨਾਂ ਵਾਸਤੇ ਮੋਸਟ ਇੰਪੋਰਟੈਂਟ ਜਿਹੜੀ ਆਪਣੀ ਕਲਾਸ ਉਹ ਰਹਿਣ ਵਾਲੀ ਹੈ। ਤਾਂ ਸਭ ਤੋਂ ਪਹਿਲਾਂ ਤਾਂ ਜੇਕਰ ਕੋਈ ਬੱਚਾ ਸਾਡੇ ਨਾਲ ਪਹਿਲੀ ਵਾਰ ਚੈਨਲ ਤੋਂ ਜੁੜ ਰਿਹਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਏ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਆਪਣੇ ਯਾਰਾਂ ਦੋਸਤਾਂ ਦੇ ਵਿੱਚ, ਤਾਂ ਜੋ ਮੈਕਸਿਮਮ ਜਿਹੜਾ ਬੱਚਿਆਂ ਦਾ ਉਹ ਬੈਨੀਫਿਟ ਹੋ ਸਕੇ। ਕਿਉਂਕਿ ਜਿਹੜੀ ਆਪਣੀ ਕਲਾਸ ਹੋਏਗੀ ਉਹ ਬਿਲਕੁਲ ਫ੍ਰੀ ਆਫ ਕੋਸਟ ਹੋਏਗੀ, ਕੋਈ ਇਹਦੇ ਚਾਰਜਸ ਨਹੀਂ ਹੋਣਗੇ। ਤਾਂ ਇਸ ਕਰਕੇ ਸਭ ਤੋਂ ਜ਼ਿਆਦਾ ਜਿਹੜਾ ਬੱਚਿਆਂ ਨੂੰ ਬੈਨੀਫਿਟ ਹੋ ਸਕੇ, ਇਸ ਕਰਕੇ ਕਲਾਸ ਨੂੰ ਮੈਕਸਿਮਮ ਜਿਹੜੇ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰ ਦਿਓ। ਅਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਤਾਂ ਚਲੋ ਕਰਦੇ ਹਾਂ ਜੀ ਸ਼ੁਰੂਆਤ। ਇੱਕ ਤਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਣਾ ਸਭ ਤੋਂ ਪਹਿਲਾ ਟੌਪਿਕ ਹੈ ਇੰਡੀਆਜ਼ ਰੈਂਕ ਇਨ, ਮਤਲਬ ਇੰਡੈਕਸ। ਜਿਹੜਾ ਇੰਡੈਕਸ ਹੈ ਇੰਡੀਆ ਦਾ ਰੈਂਕ ਕਿਸ ਦੇ ਵਿੱਚ ਕਿੰਨਵਾਂ ਰੈਂਕ ਹੈ। ਤਾਂ ਗਲੋਬਲ ਇੰਡੈਕਸ ਦੇ ਵਿੱਚੋਂ ਮੰਨ ਲਓ ਇੱਕ ਕੁਐਸਚਨ ਕਨਫਰਮ ਹੈ, ਆਉਂਦਾ ਹੀ ਆਉਂਦਾ ਹੁੰਦਾ ਹੈ। ਅਤੇ ਜਿਹੜੇ ਮੈਂ ਤੁਹਾਡੇ ਸਾਹਮਣੇ ਆ ਇੰਡੈਕਸ ਲਿਖੇ ਹੋਏ ਆ, ਤੁਸੀਂ ਇਹਦਾ ਸਕਰੀਨਸ਼ਾਟ ਵੀ ਲੈ ਸਕਦੇ ਹੋ। ਇਹਨਾਂ ਤੋਂ ਬਾਹਰ ਕੋਈ ਵੀ ਜਿਹੜਾ ਇੰਡੈਕਸ ਹੈ ਉਹ ਇਹਨਾਂ ਤੋਂ ਬਾਹਰ ਕੋਈ ਕੁਐਸਚਨ ਨਹੀਂ ਜਾਏਗਾ। ਇਸ ਕਰਕੇ ਮੋਸਟ ਇੰਪੋਰਟੈਂਟ ਹੈ ਜੀ, ਜੇਕਰ ਤੁਸੀਂ ਆਪਣਾ ਇੱਕ ਨੰਬਰ ਪੱਕਾ ਕਰਨਾ ਹੈ, ਕਨਫਰਮ ਕਰਨਾ ਚਾਹੁੰਦੇ ਹੋ, ਤਾਂ ਆ ਇੰਡੈਕਸ ਨੂੰ ਰੱਟਾ ਲਾ ਲਓ। ਇਹਨਾਂ ਨੂੰ ਸਮਝਣਾ ਹੈ ਸਮਝ ਸਕਦੇ ਹੋ, ਜਿਵੇਂ ਮਰਜ਼ੀ ਕਰ ਸਕਦੇ ਹੋ। ਤਾਂ ਸਭ ਤੋਂ ਪਹਿਲਾਂ ਤਾਂ ਕਿਹੜਾ ਆ ਗਿਆ ਜੀ, ਰੀਨਿਊਏਬਲ ਐਨਰਜੀ ਕੰਟਰੀ ਅਟਰੈਕਟਿਵਨੈਸ ਇੰਡੈਕਸ। ਇਸ ਦੇ ਵਿੱਚ ਜਿਹੜਾ ਇੰਡੀਆ ਦਾ ਰੈਂਕ ਆਇਆ ਹੈ ਉਹ ਕਿੰਨਵਾਂ ਰੈਂਕ ਹੈ ਜੀ, 3rd ਰੈਂਕ ਹੈ ਜੀ। ਤੀਜਾ ਸਥਾਨ ਜਿਹੜਾ ਹੈਗਾ ਭਾਰਤ ਦਾ ਇਸ ਦੇ ਵਿੱਚ ਰੀਨਿਊਏਬਲ ਐਨਰਜੀ ਦੇ ਵਿੱਚ ਜਿਹੜਾ ਭਾਰਤ ਦਾ ਸਥਾਨ ਹੈ, ਜਿਹੜਾ ਤੀਜਾ ਸਥਾਨ ਹੈ ਜੀ। ਡਿਜੀਟਲ ਕੁਆਲਿਟੀ ਆਫ ਲਾਈਫ ਇੰਡੈਕਸ, ਡਿਜੀਟਲ ਕੁਆਲਿਟੀ ਆਫ ਲਾਈਫ ਇੰਡੈਕਸ ਦੇ ਵਿੱਚ ਇੰਡੀਆ ਦਾ ਜਿਹੜਾ ਸਥਾਨ ਹੈ ਉਹ 59th ਹੈ ਜੀ, 59ਵਾਂ ਜਿਹੜਾ ਸਥਾਨ ਹੈ। ਰੂਲ ਆਫ ਲਾ ਇੰਡੈਕਸ 2021, ਤਾਂ 2021 ਦੇ ਅਕੋਰਡਿੰਗ ਜਿਹੜਾ ਰੂਲ ਆਫ ਲਾ ਇੰਡੈਕਸ ਆ ਉਹਦੇ ਵਿੱਚ ਇੰਡੀਆ ਦਾ ਜਿਹੜਾ ਸਥਾਨ ਹੈ ਉਹ 79th ਹੈ ਜੀ। 69ਵਾਂ ਜਿਹੜਾ ਸਥਾਨ 79ਵਾਂ ਜਿਹੜਾ ਸਥਾਨ ਹੈ ਉਹ ਹੈਗਾ ਹੈ, ਠੀਕ ਹੈ ਜੀ। ਇਹਦੇ ਵਿੱਚ ਪਹਿਲੇ ਸਥਾਨ 'ਤੇ ਕੌਣ ਹੈ, ਦੂਜੇ ਸਥਾਨ 'ਤੇ ਕੌਣ ਹੈ, ਉਹ ਆਪਾਂ ਗੱਲ ਜਿਹੜੀ ਅੱਗੇ ਮੈਂ ਕੁਐਸਚਨ ਤੁਹਾਡੇ ਨਾਲ ਜਿਹੜੇ ਡਿਸਕਸ ਕਰੂੰਗਾ ਉਹਦੇ ਵਿੱਚ ਆਪਾਂ ਗੱਲ ਕਰਾਂਗੇ। ਇੰਪੋਰਟੈਂਟ ਕੁਐਸਚਨ ਹੈ। ਰੂਲਸ ਆਫ ਲਾ ਇੰਡੈਕਸ 2021 ਦੇ ਵਿੱਚ ਇੰਡੀਆ ਦਾ ਜਿਹੜਾ ਸਥਾਨ ਹੈ ਉਹ 79th ਹੈ। ਉਸ ਤੋਂ ਬਾਅਦ ਥਰਡ ਜਿਹੜਾ ਨੈਕਸਟ ਆ ਗਿਆ ਜੀ, ਉਹ ਕੀ ਆ ਗਿਆ ਜਾਂ ਹੈਨਲੇ ਪਾਸਪੋਰਟ ਇੰਡੈਕਸ। ਦਾ ਹੈਨਲੇ ਪਾਸਪੋਰਟ ਇੰਡੈਕਸ ਦੇ ਵਿੱਚ ਜਿਹੜਾ ਇੰਡੀਆ ਦਾ ਸਥਾਨ ਹੈ ਉਹ ਕਿੰਨਵਾਂ ਹੈ ਜੀ, 90ਵਾਂ ਸਥਾਨ ਹੈ ਜੀ, 90ਵਾਂ ਸਥਾਨ ਹੈ ਜੀ। ਗਲੋਬਲ ਫੂਡ ਸਿਕਿਉਰਿਟੀ, ਗਲੋਬਲ ਫੂਡ ਸਿਕਿਉਰਿਟੀ ਦੇ ਵਿੱਚ ਭਾਰਤ ਦਾ ਜਿਹੜਾ ਸਥਾਨ ਹੈ ਉਹ 71st ਹੈ, 71ਵਾਂ ਸਥਾਨ ਜਿਹੜਾ ਹੈ। ਗਲੋਬਲ ਹੰਗਰ ਇੰਡੈਕਸ ਪਿੱਛੇ ਜਾਰੀ ਤੁਹਾਨੂੰ ਪਤਾ ਹੋਇਆ ਸੀਗਾ ਜੀ, ਇਹਦਾ ਜਿਹੜਾ ਭਾਰਤ ਦੇ ਵਿੱਚ ਸਥਾਨ ਹੈ ਜੀ ਉਹ 94ਵਾਂ ਸਥਾਨ ਹੈ ਜੀ, 94th ਰੈਂਕ ਹੈ ਜਿਹੜਾ ਇੰਡੀਆ ਦਾ ਗਲੋਬਲ ਹੰਗਰ ਇੰਡੈਕਸ ਦੇ ਵਿੱਚ ਭਾਰਤ ਦਾ। ਦੇਖ ਲਓ ਤੁਸੀਂ ਕਿੰਨੇ ਦੇਸ਼ ਨੇ, ਉਹਨਾਂ ਵਿੱਚੋਂ 94 ਨੰਬਰ 'ਤੇ ਆਉਂਦਾ। ਅਤੇ ਆਪਾਂ ਗੱਲ ਕਰਦੇ ਹਾਂ ਗਰੀਬੀ ਹਟਾਉਣ ਦੀ ਵੀ, ਹਰੇਕ ਬੰਦੇ ਨੂੰ ਜਿਹੜਾ ਖਾਣਾ ਮਿਲ ਰਿਹਾ। ਫਿਰ ਵੀ ਦੇਖੋ ਤੁਸੀਂ ਹੰਗਰ ਇੰਡੈਕਸ ਦੇ ਵਿੱਚ ਭਾਰਤ ਦਾ ਜਿਹੜਾ ਸਥਾਨ ਹੈ ਉਹ ਕਿੰਨਵਾਂ ਹੈ ਜੀ, 94th ਹੈ। ਗਲੋਬਲ ਪੀਸ ਇੰਡੈਕਸ, ਸ਼ਾਂਤੀ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਸ਼ਾਂਤੀ ਦੇ ਵਿੱਚ ਦੇਖੋ, ਪੀਸ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ 135th ਹੈ। ਤਾਂ ਸ਼ਾਂਤੀ ਭੰਗ ਹੋਈ ਪਈ ਹੈ ਜੀ, ਭਾਰਤ ਦੀ ਜਿਹੜੀ ਸ਼ਾਂਤੀ ਆਪਾਂ ਭੰਗ ਹੀ ਕਹਿ ਸਕਦੇ ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਕੀ ਆ ਗਿਆ ਜੀ, ਗਲੋਬਲ ਇਨੋਵੇਸ਼ਨਸ ਇੰਡੈਕਸ। ਗਲੋਬਲ ਇਨੋਵੇਸ਼ਨ ਇੰਡੈਕਸ ਦੇ ਵਿੱਚ ਭਾਰਤ ਦਾ ਜਿਹੜਾ ਸਥਾਨ ਹੈ ਦੋਸਤੋ ਕਿੰਨਵਾਂ ਹੈ ਜੀ, 46ਵਾਂ ਸਥਾਨ ਹੈ ਜੀ। ਇੰਟਲੈਕਚੁਅਲ ਪ੍ਰੋਪਰਟੀ IP ਇੰਡੈਕਸ ਦੇ ਵਿੱਚ ਭਾਰਤ ਦਾ ਜਿਹੜਾ ਸਥਾਨ ਹੈ ਉਹ ਕਿੰਨਵਾਂ ਹੈ, 40ਵਾਂ ਹੈ, 40th ਸਥਾਨ ਹੈ ਜਿਹੜਾ, 40ਵਾਂ ਸਥਾਨ ਹੈ ਜੀ। ਇਕੋਨਮਿਕ ਫਰੀडम ਇੰਡੈਕਸ, ਇਕੋਨਮਿਕ ਫਰੀडम ਇੰਡੈਕਸ ਦੇ ਵਿੱਚ ਭਾਰਤ ਦਾ ਜਿਹੜਾ ਸਥਾਨ ਹੈ ਉਹ 121ਵਾਂ ਹੈ, 121। ਇਕੋਨਮਿਕ ਫਰੀडम ਇੰਡੈਕਸ ਦੇ ਵਿੱਚ ਜਿਹੜਾ ਭਾਰਤ ਦਾ ਸਥਾਨ ਉਹ ਕਿੰਨਵਾਂ ਹੈ ਜੀ, 121ਵਾਂ ਹੈ। ਸਾਇੰਟੀਫਿਕ ਆਰਟੀਕਲਸ ਪਬਲਿਸ਼ਡ, ਇਹਦੇ ਵਿੱਚ ਜਿਹੜਾ ਭਾਰਤ ਦਾ ਸਥਾਨ ਉਹ ਕਿੰਨਵਾਂ ਹੈ ਜੀ, 3rd ਰੈਂਕ 'ਤੇ ਹੈ ਜੀ। ਭਾਰਤ ਦਾ ਜਿਹੜਾ ਨੰਬਰ ਹੈ ਉਹ 3ਜੇ ਨੰਬਰ 'ਤੇ ਹੈ। ਸਾਇੰਟੀਫਿਕ ਆਰਟੀਕਲਸ ਪਬਲਿਸ਼ਡ ਦੇ ਵਿੱਚ 3ਜੇ ਨੰਬਰ 'ਤੇ ਹੈ। ਗਲੋਬਲ ਕਲਾਈਮੇਟ ਰਿਸਕ, ਗਲੋਬਲ ਕਲਾਈਮੇਟ ਰਿਸਕ, ਤਾਂ ਇਸ 'ਤੇ ਜਿਹੜਾ ਭਾਰਤ ਦਾ ਸਥਾਨ ਹੈ ਉਹ ਕਿੰਨਵੇਂ ਨੰਬਰ 'ਤੇ ਹੈ ਜੀ, 7ਵੇਂ ਨੰਬਰ 'ਤੇ ਹੈ, 7th ਨੰਬਰ 'ਤੇ ਹੈ। ਗਲੋਬਲ ਕਲਾਈਮੇਟ ਰਿਸਕ ਇੰਡੈਕਸ ਦੇ ਵਿੱਚ ਇੰਡੀਆ ਦਾ ਜਿਹੜਾ ਸਥਾਨ ਹੈ ਉਹ ਕਿੰਨਵੇਂ ਨੰਬਰ 'ਤੇ ਜੀ,
7वें नंबर ਤੇ ਹੈ ਡੈਮੋਕ੍ਰੇਸੀ ਇੰਡੈਕਸ। ਡੈਮੋਕ੍ਰੇਸੀ ਦੇ ਵਿੱਚ ਇੰਡੀਆ ਜਿਹੜਾ ਹੈਗਾ 53 ਨੰਬਰ ਤੇ ਆਉਂਦਾ ਜੀ, 53ਵਾਂ ਨੰਬਰ ਤੇ ਆਉਂਦਾ ਹੈ। ਦ ਕਰਪਸ਼ਨ ਪਰਸੈਪਸ਼ਨਸ ਇੰਡੈਕਸ CPI ਦੇ ਵਿੱਚ ਜਿਹੜਾ ਇੰਡੀਆ ਦਾ ਸਥਾਨ ਹੈ ਉਹ 86ਵੇਂ ਨੰਬਰ ਤੇ ਜੀ, 86 ਤੇ ਹੈ। ਈਜ਼ ਆਫ ਡੂਇੰਗ ਬਿਜ਼ਨਸ, ਈਜ਼ ਆਫ ਡੂਇੰਗ ਬਿਜ਼ਨਸ ਪਿਛਲੇ ਵਾਰ PSPCL ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਜੀ। PSPCL ਦੇ ਵਿੱਚ ਲਾਸਟ ਈਅਰ ਦੇ ਵਿੱਚ ਕੁਐਸਚਨ ਆਇਆ ਸੀਗਾ ਈਜ਼ ਆਫ ਡੂਇੰਗ ਬਿਜ਼ਨਸ। ਤਾਂ ਇਹਦੇ ਵਿੱਚ ਜਿਹੜਾ ਭਾਰਤ ਦਾ ਸਥਾਨ ਉਹ ਕਿੰਨਵਾਂ ਜੀ, 63ਵਾਂ ਸਥਾਨ ਹੈ। ਹਿਊਮਨ ਫਰੀडम ਇੰਡੈਕਸ, ਹਿਊਮਨ ਫਰੀडम ਇੰਡੈਕਸ ਵੀ ਇੰਪੋਰਟੈਂਟ ਹੈ ਦੋਸਤੋ, ਇਹਨੂੰ ਵੀ ਤੁਸੀਂ ਜ਼ਰੂਰ ਯਾਦ ਰੱਖਣਾ ਹੈ। ਹਿਊਮਨ ਫਰੀडम ਇੰਡੈਕਸ ਜਿਹੜਾ ਹੈਗਾ ਉਹ 111ਵਾਂ ਸਥਾਨ ਹੈ। ਹਿਊਮਨ ਡਿਵੈਲਪਮੈਂਟ ਇੰਡੈਕਸ, ਹਿਊਮਨ ਡਿਵੈਲਪਮੈਂਟ ਇੰਡੈਕਸ ਇਸ ਦੇ ਵਿੱਚ ਭਾਰਤ ਦਾ ਜਿਹੜਾ ਸਥਾਨ ਹੈ ਉਹ ਕਿੰਨਵਾਂ ਹੈ ਜੀ, 131ਵਾਂ ਹੈ। ਰਿਸੀਵਿੰਗ ਸਪੇਮ ਸੈੱਲ ਜਾਂ ਰਿਸੀਵਿੰਗ ਸਪੈਮ ਸੈੱਲ ਇਹਦੇ ਵਿੱਚ ਇੰਡੀਆ ਦਾ ਜਿਹੜਾ ਸਥਾਨ ਹੈ ਉਹ ਕਿੰਨਵਾਂ ਹੈ ਜੀ, 9ਵਾਂ ਸਥਾਨ ਹੈ ਜੀ। ਗਲੋਬਲ ਹੰਗਰ ਇੰਡੈਕਸ, ਗਲੋਬਲ ਹੰਗਰ ਇੰਡੈਕਸ ਦੇ ਵਿੱਚ ਕੀ ਆਏਗਾ ਜੀ, ਆਲਰੇਡੀ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਜੀ। ਗਲੋਬਲ ਹੰਗਰ ਇੰਡੈਕਸ 94th 94 ਨੰਬਰ ਤੇ ਕੁਐਸਚਨ ਰਿਪੀਟ ਹੋ ਗਿਆ। ਟੀਚਰ ਸਟੇਟਸ ਇੰਡੈਕਸ GTSI, ਟੀਚਰ ਸਟੇਟਸ ਇੰਡੈਕਸ ਦੇ ਵਿੱਚ ਜਿਹੜਾ ਭਾਰਤ ਦਾ ਸਥਾਨ ਹੈ ਉਹ 6ਵਾਂ ਸਥਾਨ ਹੈ ਜੀ। ਏਸ਼ੀਆ ਪਾਵਰ ਇੰਡੈਕਸ ਵਿੱਚ ਭਾਰਤ ਦਾ ਜਿਹੜਾ ਸਥਾਨ ਹੈ ਉਹ ਕਿੰਨਵਾਂ ਹੈ ਜੀ, 4ਥਾ ਸਥਾਨ ਹੈ। ਏਸ਼ੀਆ ਪਾਵਰ ਇੰਡੈਕਸ ਦੇ ਵਿੱਚ ਭਾਰਤ ਦਾ ਜਿਹੜਾ ਸਥਾਨ ਹੈ ਉਹ ਕਿੰਨਵਾਂ ਹੈ ਜੀ, 4ਥਾ ਸਥਾਨ ਹੈ। ਤਾਂ ਆਹ ਜਿਹੜਾ ਇੰਡੈਕਸ ਜਿਹੜਾ ਹੈਗਾ ਇਹਨੂੰ ਤੁਸੀਂ ਜ਼ਰੂਰ ਯਾਦ ਕਰਨਾ ਜੀ, ਮੋਸਟ ਇੰਪੋਰਟੈਂਟ ਇੰਡੈਕਸ ਹੈ। ਠੀਕ ਹੈ ਜੀ, ਇਹਦੀ ਤੁਸੀਂ ਸਕਰੀਨਸ਼ਾਟ ਵੀ ਲੈ ਸਕਦੇ ਹੋ, ਇਸ ਨੂੰ ਰੱਟਾ ਲਾ ਲਓ। ਸਾਰੇ ਦੇ ਸਾਰੇ ਜਿਹੜੇ ਇੰਡੈਕਸ ਨੇ ਉਹ ਸਾਰੇ ਦੇ ਸਾਰੇ ਮੋਸਟ ਇੰਪੋਰਟੈਂਟ ਨੇ, ਜਿਹੜੇ ਇੰਪੋਰਟੈਂਟ ਨੇ ਉਹੀ ਆਪਾਂ ਡਿਸਕਸ ਕਰਾਂਗੇ, ਫਾਲਤੂ ਜਿਹੜੇ ਇੰਡੈਕਸ ਆ ਉਹ ਆਪਾਂ ਡਿਸਕਸ ਨਹੀਂ ਕਰਾਂਗੇ। ਠੀਕ ਹੈ ਜੀ, ਤਾਂ ਹੁਣ ਆਪਾਂ ਵਨ ਲਾਈਨਰ ਕੁਐਸਚਨ ਹੈ ਜਿਹੜੇ ਉਹ ਡੇਲੀ ਡਿਸਕਸ ਕਰਿਆ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਜਿਹੜੇ ਡਿਸਕਸ ਕਰਨੇ ਹੈ ਅਕਤੂਬਰ ਮੰਥ ਦੇ ਜਿਹੜੇ ਕਰੰਟ ਅਫੇਅਰ ਉਹ ਆਪਾਂ ਡਿਸਕਸ ਕਰਨੇ ਆ ਜੀ। ਅਤੇ ਹੁਣ ਜਿਹੜਾ SSC GD ਦਾ ਜਿਹੜਾ ਐਗਜ਼ਾਮ ਚੱਲ ਰਿਹਾ ਜੀ, ਜਿਹਦੇ ਵਿੱਚ ਅੱਜ ਦੂਜੀ ਸ਼ਿਫਟ ਕਹਿ ਸਕਦਾ ਮੈਂ, ਦੂਜੇ ਦਿਨ ਦਾ ਐਗਜ਼ਾਮ ਸੀਗਾ ਉਹ ਹੋ ਚੁੱਕਿਆ ਜੀ। ਅਤੇ ਜਿਹੜੇ ਬੱਚਿਆਂ ਦੀ ਆਊਟਪੁੱਟ ਹੈ ਉਹ ਬੱਚੇ ਕਹਿ ਰਹੇ ਜੀ ਮੋਸਟਲੀ ਜਿਹੜੇ ਕੁਐਸਚਨ ਨੇ 15 ਤੋਂ 20 ਕੁਐਸਚਨ ਜਿਹੜੇ ਹੈਗੇ ਆ, 15 ਤੋਂ 20 ਕੁਐਸਚਨ ਜਿਹੜੇ ਹੈਗੇ ਆ ਉਹ ਕੁਐਸਚਨ ਹੈ ਜਿਹੜੇ ਕਰੰਟ ਅਫੇਅਰ ਦੇ ਵਿੱਚੋਂ ਆ ਰਹੇ ਨੇ। ਤਾਂ ਇਸ ਕਰਕੇ ਇਹ ਜਿਹੜੀਆਂ ਆਪਣੀਆਂ ਕਲਾਸਿਸ ਹੋਣਗੀਆਂ ਡੇਲੀ ਕਲਾਸ ਰੱਖਾਂਗੇ ਅਤੇ ਲਗਭਗ 10 ਤੋਂ 12 ਕਲਾਸਾਂ ਦੇ ਵਿੱਚ ਜਾਂ ਮੈਕਸਿਮਮ 15 ਕਲਾਸਾਂ ਦੇ ਵਿੱਚ ਮੈਂ ਤੁਹਾਨੂੰ ਸਾਰੀ ਦੀ ਸਾਰੀ ਜਿਹੜੀ ਕਰੰਟ ਅਫੇਅਰ ਉਹ ਕੰਪਲੀਟ ਕਰਾ ਦੂੰਗਾ। ਕੋਸ਼ਿਸ਼ ਮੇਰੀ ਹੋਏਗੀ 10 ਕਲਾਸਾਂ ਦੇ ਵਿੱਚ ਆਪਾਂ ਕੰਪਲੀਟ ਕਰਾਂਗੇ ਜਿੰਨੇ ਵੀ ਕਰੰਟ ਅਫੇਅਰ ਹੈਗੇ, ਮੋਸਟ ਇੰਪੋਰਟੈਂਟ ਕਰੰਟ ਅਫੇਅਰ ਹੈਗੇ ਆ। ਤਾਂ ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ ਜੀ ਉਹ ਕੁਐਸਚਨ ਕਿਹੜਾ ਆ ਗਿਆ ਜੀ, ਫਸਟ ਕੁਐਸਚਨ ਕਿਹੜਾ ਆ ਗਿਆ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਅਟੈਂਡ ਵਰਲਡ ਲੀਡਰਸ ਸਮਿਟ of the 26th conference of the parties in which country। ਦੇਖੋ COP ਦੀ ਮੀਟਿੰਗ ਹੋਈ ਹੈ ਜੀ ਹੁਣੀ, ਤੁਹਾਨੂੰ ਪਤਾ ਹੈ ਮੋਦੀ ਸਾਹਿਬ ਹੁਣੇ ਗਏ ਸੀਗੇ, ਥੋੜ੍ਹੇ ਕੁ ਦਿਨ ਹੀ ਹੋਏ, 4 ਜਾਂ 5 ਦਿਨ ਦੀ ਗੱਲ ਮੈਂ ਕਹਿ ਸਕਦਾ। ਤਾਂ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਮੋਦੀ ਗਏ ਨੇ ਉਹ COP ਦੀ ਜਿਹੜੀ ਕਾਨਫਰੰਸ ਹੋ ਰਹੀ ਹੈ COP26 ਕਾਨਫਰੰਸ ਆਫ ਪਾਰਟੀਜ਼, ਜਿਸ ਦਾ ਨਾਮ ਹੈ COP ਦਾ ਮਤਲਬ ਕੀ ਹੈ ਜੀ, ਕਾਨਫਰੰਸ ਆਫ ਪਾਰਟੀਜ਼, ਕਾਨਫਰੰਸ ਆਫ ਪਾਰਟੀਜ਼। ਇਹਦੀ ਜਿਹੜੀ ਮੀਟਿੰਗ ਹੋਈ ਹੈ ਉਹ ਕਿੱਥੇ ਹੋਈ ਹੈ ਜੀ, UK ਦੇ ਵਿੱਚ ਹੋਈ ਹੈ, ਗਲੈਸਗੋ ਦੇ ਵਿੱਚ, UK ਦੇ ਵਿੱਚ ਹੋਈ ਹੈ ਜੀ, ਗਲੈਸਗੋ ਦੇ ਵਿੱਚ। ਠੀਕ ਹੈ ਨਾ, COP ਦੀ ਮਤਲਬ ਇਨਵਾਇਰਮੈਂਟ ਦੇ ਵਿੱਚ ਦੇਖੋ ਜੋ ਅੱਜ ਕੱਲ੍ਹ ਗਲੋਬਲ ਵਾਰਮਿੰਗ ਜਿਹੜੀ ਹੈਗੀ ਆ ਉਹ ਡੇ ਟੂ ਡੇ ਤੁਹਾਨੂੰ ਪਤਾ ਇਨਕਰੀਜ਼ ਹੋ ਰਹੀ ਹੈ। ਆਪਾਂ ਅਰਥ ਦਾ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਲਗਭਗ 2 ਡਿਗਰੀ ਦੇ ਅਰਾਊਂਡ ਜਿਹੜਾ ਅਰਥ ਦਾ ਜਿਹੜਾ ਟੈਂਪਰੇਚਰ ਉਹ ਇਨਕਰੀਜ਼ ਹੋ ਚੁੱਕਿਆ ਹੈ। ਤਾਂ ਇਹਨਾਂ ਵਿਸ਼ਿਆਂ ਨੂੰ ਲੈ ਕੇ ਇੱਕ ਬੜੀ ਵਧੀਆ ਜਿਹੜੀ ਮੀਟਿੰਗ ਹੈ, ਜਿਹੜੀ ਡਿਵੈਲਪਡ ਕੰਟਰੀ ਨੇ ਸਾਰੇ ਦੇ ਸਾਰੇ ਜਿਹੜੇ ਕੰਟਰੀ ਨੇ ਉਹਨਾਂ ਦੀ ਇੱਕ ਮੀਟਿੰਗ ਹੋਈ ਹੈ। ਤੁਹਾਨੂੰ ਪਤਾ ਹੈ ਮੋਦੀ ਨਾਲੇ ਤਾਂ COP26 ਦੀ ਮੀਟਿੰਗ ਅਟੈਂਡ ਕੀਤੀ ਹੈ ਅਤੇ ਨਾਲ ਦੀ ਨਾਲ G20 ਦੀ ਮੀਟਿੰਗ ਹੈ ਜਿਹੜੀ ਉਹ ਵੀ ਅਟੈਂਡ ਕਰਕੇ ਗਏ ਨੇ, ਇੱਕੋ ਹੀ ਦੌਰੇ ਦੇ ਵਿੱਚ ਗਏ ਸੀਗੇ। ਪਹਿਲਾਂ COP26 ਅਟੈਂਡ ਕੀਤੀ ਹੈ, ਦੈਨ G20 ਦੀ ਮੀਟਿੰਗ ਹੈ ਜਿਹੜੀ ਉਹ ਕੀਤੀ ਸੀਗੀ। ਤਾਂ ਜੇ ਤੁਹਾਨੂੰ COP26 ਦੀ ਮੀਟਿੰਗ ਪੁੱਛ ਲਏ ਵੀ 2021 ਦੀ ਕਿੱਥੇ ਹੋਈ ਹੈ, ਤਾਂ COP26 ਦੀ 2021 ਦੀ ਜਿਹੜੀ ਮੀਟਿੰਗ ਹੋਈ ਹੈ ਗਲਾਸਗੋ UK ਦੇ ਵਿੱਚ, UK ਬ੍ਰਿਟੇਨ ਕਹਿ ਲਓ, UK ਕਹਿ ਲਓ, ਠੀਕ ਹੈ ਜੀ। ਤਾਂ UK ਦੇ ਵਿੱਚ ਹੋਈ ਹੈ ਅਤੇ UK ਦੀ ਕਿਹੜੀ ਜਗ੍ਹਾ ਦੇ ਵਿੱਚ ਹੋਈ ਹੈ, ਤਾਂ ਕਿਹੜੀ ਜਗ੍ਹਾ ਜੀ, ਗਲੈਸਗੋ ਹੈ। ਕਿਹੜੀ ਜਗ੍ਹਾ ਜੀ, ਗਲੈਸਗੋ ਦੇ ਵਿੱਚ ਹੋਈ ਹੈ। ਅਤੇ UK ਜਾਂ ਬ੍ਰਿਟੇਨ ਕਹਿ ਲਓ, ਗੱਲ ਇੱਕੋ ਹੀ ਹੈ ਜੀ। ਹੁਣ ਤੁਹਾਡੇ ਵੱਲੋਂ ਇੱਕ ਕੁਐਸਚਨ ਹੈ ਰਾਜੇ, ਤੁਸੀਂ ਮੈਨੂੰ ਦੱਸੋ UK ਦਾ ਪ੍ਰੈਜ਼ੀਡੈਂਟ ਕੌਣ ਹੈ ਇਸ ਟਾਈਮ, ਪ੍ਰੈਜ਼ੀਡੈਂਟ ਕਹਿ ਲਓ ਜਾਂ ਪ੍ਰਾਈਮ ਮਿਨਿਸਟਰ ਕੌਣ ਹੈ, UK ਦਾ ਪ੍ਰਾਈਮ ਮਿਨਿਸਟਰ ਇਸ ਟਾਈਮ ਕੌਣ ਹੈ? ਜਲਦੀ ਤੋਂ ਜਲਦੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਇਹਦਾ ਆਨਸਰ ਦਿਓ। UK ਦਾ ਕਰੰਟ ਦੇ ਵਿੱਚ ਜਿਹੜਾ ਪ੍ਰੈਜ਼ੈਂਟ ਹੈ, ਕਿਉਂਕਿ ਦੇਖੋ ਇੱਕ ਕੈਪੀਟਲ ਅਤੇ ਕਰੰਸੀ ਵੀ ਜਿਹੜੀ ਹੈ ਉਹ ਇੰਪੋਰਟੈਂਟ ਹੈ। ਕੈਪੀਟਲ ਅਤੇ ਕਰੰਸੀ ਜਿਹੜਾ ਕਿਹੜਾ ਇੰਪੋਰਟੈਂਟ ਹੈ, ਜਿਸ ਕੰਟਰੀ ਦੇ ਵਿੱਚ ਆਪਣਾ ਜਿਹੜੀ ਕੋਈ ਮਿਨਿਸਟਰ ਪ੍ਰਾਈਮ ਮਿਨਿਸਟਰ ਜਿਹੜੇ ਉਹ ਜਾ ਰਹੇ ਨੇ ਜਾਂ ਕੋਈ ਪ੍ਰਾਈਮ ਮਿਨਿਸਟਰ ਆਪਣੀ ਕੰਟਰੀ ਦੇ ਵਿੱਚ ਆ ਰਿਹਾ ਹੈ, ਤਾਂ ਉਹ ਸਾਰੇ ਦੇ ਸਾਰੇ ਕੈਪੀਟਲ ਅਤੇ ਕਰੰਸੀ ਕੀ ਹੋ ਜਾਂਦੀਆਂ ਨੇ, ਇੰਪੋਰਟੈਂਟ ਹੋ ਜਾਂਦੀਆਂ ਨੇ। ਇਸ ਕਰਕੇ ਤੁਸੀਂ ਮੈਨੂੰ UK ਦਾ ਪ੍ਰੈਜ਼ੀਡੈਂਟ ਕੌਣ ਹੈ ਤਾਂ ਉਹਦਾ ਆਨਸਰ ਮੈਨੂੰ ਫਟਾਫਟ ਦਿਓ ਜੀ, UK ਦਾ ਕੌਣ ਹੈ। ਠੀਕ ਹੈ ਜੀ। ਨੈਕਸਟ ਸੈਕਿੰਡ ਕੁਐਸਚਨ ਕੀ ਕਹਿ ਰਿਹਾ ਜੀ, ਵਿਚ ਕੰਟਰੀ ਕੋ ਹੋਸਟਡ ਦ ਵਰਲਡ ਲੀਡਰ ਸਮਿਟ
ਆਫ 26th ਕਾਨਫਰੰਸ ਆਫ ਦਾ ਪਾਰਟੀਜ਼। ਕੋ ਹੋਸਟਡ ਕੌਣ ਸੀਗਾ? ਹੋਸਟ ਕਰਨ ਵਾਲਾ ਤਾਂ ਕੌਣ ਦਾ ਸੀਗਾ? ਤੁਹਾਨੂੰ ਦੱਸਤਾ ਜੀ ਯੂਕੇ ਹੈ, ਯੂਕੇ ਸੀਗਾ ਜਿਹਨੇ ਹੋਸਟ ਕੀਤੀ ਸੀਗੀ। ਤੇ ਕੋ ਹੋਸਟ ਕੌਣ ਸੀਗਾ ਜਿਹਨੇ ਕੋ ਹੋਸਟ ਕੀਤੀ ਸੀਗੀ? ਉਹ ਕੌਣ ਹੈ ਜੀ? ਇਟਲੀ। ਇਟਲੀ, ਠੀਕ ਹੈ ਜੀ, ਇਟਲੀ ਸੀਗਾ ਜਿਹਨੇ ਕੋ ਹੋਸਟ ਕੰਟਰੀ ਜਿਹੜਾ ਹੈਗਾ ਜੀ COP ਦਾ, ਠੀਕ ਹੈ ਜੀ। ਨੈਕਸਟ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਅਟੈਂਡ G20 ਸਮਿਟ ਆਫ ਦਾ ਹੈਡਸ ਆਫ ਦਾ ਨੇਸ਼ਨਸ, ਹੈਡਸ ਆਫ ਦਾ ਨੇਸ਼ਨਸ। ਤਾਂ G20 ਦਾ ਜਿਹੜਾ ਹੋਸਟ ਕਰ ਰਿਹਾ ਜੀ ਇਸ ਸਾਲ 2021 ਨੂੰ, ਤੁਹਾਨੂੰ ਪਤਾ ਜੀ ਇੰਡੀਆ ਹੀ ਹੋਸਟ ਕਰ ਰਿਹਾ। ਤਾਂ ਇਹਦੀ G20 ਦੀ ਇੱਕ ਮੀਟਿੰਗ ਜਿਹੜੀ ਹੈਗੀ ਹੈ ਉਹ ਹੁਣ ਜਿਹੜੀ ਰੀਸੈਂਟ ਦੇ ਵਿੱਚ ਗਿਆ ਹੈ 2021 ਦੇ ਵਿੱਚ, ਮੋਦੀ ਕਿੱਥੇ ਹੋਸਟ ਜਿਹੜੀ ਆ ਮੀਟਿੰਗ ਅਟੈਂਡ ਕੀਤੀ, ਕਿੱਥੇ ਕੀਤੀ ਹੈ ਜੀ? ਰੋਮ। ਤੇ ਰੋਮ ਕਿੱਥੇ ਆ ਗਿਆ ਜੀ? ਇਟਲੀ ਦੇ ਵਿੱਚ। ਇਟਲੀ ਦੀ ਜਿਹੜੀ ਕੈਪੀਟਲ ਆ ਗਈ ਉਹ ਰੋਮ ਆ ਗਈ। ਰੋਮ ਦੇ ਵਿੱਚ ਜਿਹੜੀ G20 ਦੀ ਜਿਹੜੀ ਰੀਸੈਂਟ ਦੇ ਵਿੱਚ ਮੀਟਿੰਗ ਹੈ ਨਰਿੰਦਰ ਮੋਦੀ ਸਾਹਿਬ ਨੇ ਕੀਤੀ ਹੈ, ਅਕਤੂਬਰ ਦੇ ਵਿੱਚ ਕੀਤੀ ਹੈ। ਤੇ ਤੁਹਾਨੂੰ ਦੱਸਿਆ ਮੈਂ 30 ਤੇ 31 ਅਕਤੂਬਰ ਨੂੰ ਉੱਥੇ ਗਏ ਸੀਗੇ, 1 ਤੇ 2 ਨਵੰਬਰ ਨੂੰ। ਆ ਦੇਖੋ ਤੁਹਾਨੂੰ ਮੈਂ ਕਿਹਾ ਸੀਗਾ ਇੱਕੋ ਹੀ ਦੌਰੇ ਦੇ ਵਿੱਚ 30 ਤੇ 31 ਅਕਤੂਬਰ ਨੂੰ ਕਿੱਥੇ ਸੀਗੇ? G20 ਦੀ ਜਿਹੜੀ ਮੀਟਿੰਗ ਆ ਉਹ ਹੋਸਟ ਕੀਤੀ ਸੀਗੀ। ਉਸ ਤੋਂ ਬਾਅਦ 1 ਤੋਂ 2 ਨਵੰਬਰ ਦੇ ਵਿੱਚ ਕੀ ਸੀਗੀ ਜਿਹੜੀ ਆਪਣੀ ਆ ਮੀਟਿੰਗ ਸੀਗੀ COP ਦੀ, ਠੀਕ ਹੈ ਨਹੀਂ, ਕਾਨਫਰੰਸ ਆਫ ਪਾਰਟੀਜ਼ ਆ ਹੋਸਟ ਕੀਤੀ ਸੀਗੀ, ਜਿਹਦੇ ਵਿੱਚ ਗਲੋਬਲ ਵਾਰਮਿੰਗ ਦੀ ਗੱਲ ਕੀਤੀ ਸੀਗੀ, COP 26, ਠੀਕ ਹੈ ਜੀ। ਤੇ G20 ਦੀ ਮੀਟਿੰਗ ਪੁੱਛ ਲਈ ਤਾਂ ਕਿੱਥੇ ਹੋਈ ਹੈ ਜੀ? ਰੋਮ ਦੇ ਵਿੱਚ। ਤੇ ਰੋਮ ਕਿੱਥੇ ਆ ਗਿਆ ਜੀ? ਇਟਲੀ ਦੇ ਵਿੱਚ ਆ ਗਿਆ। ਇਟਲੀ ਦੀ ਕੈਪੀਟਲ ਕੀ ਹੈ? ਤਾਂ ਰੋਮ ਹੈ। ਅੱਛਾ, ਫੋਰਥ ਕੁਐਸਚਨ ਕੀ ਕਹਿੰਦਾ ਜੀ? ਵਟ ਵਰ ਦਾ 3 ਪਿਲਰਸ ਆਫ ਐਕਸ਼ਨ ਇਨ G20 ਸਮਿਟ। ਤਾਂ ਥੀਮ ਤੁਹਾਨੂੰ ਪੁੱਛ ਲਈ ਆ G20 ਦੇ। G20 ਤੁਹਾਨੂੰ ਪਤਾ ਹੀ ਹੈ ਜੀ ਇੱਕ ਗਰੁੱਪ ਹੈ, 20 ਦੇਸ਼ਾਂ ਦਾ ਇੱਕ ਸਮੂਹ ਹੈ, ਠੀਕ ਹੈ ਜੀ, ਜਿਹਦੇ ਵਿੱਚ ਅਲੱਗ-ਅਲੱਗ ਦੇਸ਼ ਨੇ ਜਿਹੜੇ ਉਹ ਪਾਰਟੀਸਪੇਟ ਕਰਦੇ ਨੇ। ਇੰਪੋਰਟੈਂਟ 20 ਕੰਟਰੀਜ਼ ਨੇ ਜਿਹੜੇ ਇਹਦੇ ਵਿੱਚ ਹਿੱਸਾ ਲੈਂਦੇ ਨੇ। ਤਾਂ G7 G20 ਇਹਦੇ ਰਿਗਾਰਡਿੰਗ ਜੇ ਤੁਸੀਂ ਕੋਈ ਬੱਚਾ ਦੇਖਣਾ ਚਾਹੁੰਦਾ ਹੈ ਕੀ ਹੈ, ਤਾਂ ਇੱਕ ਸਟੈਟਿਕ ਵੀਡੀਓ, ਸਟੈਟਿਕ GK ਦੀ ਜਿਹੜੀ ਮੇਰੀ ਵੀਡੀਓ ਹੈ ਉਹ ਤੁਹਾਨੂੰ ਲਿਸਟ ਦੇ ਵਿੱਚ ਮਿਲ ਜਾਏਗੀ ਜੀ, ਵੀਡੀਓ ਦੀ ਪਲੇ ਲਿਸਟ ਦੇ ਵਿੱਚ ਮਿਲ ਜਾਏਗੀ। ਤੁਸੀਂ KB ਕਲਾਸਿਸ ਦਾ YouTube ਚੈਨਲ ਜਦੋਂ ਖੋਲੋਗੇ ਤਾਂ ਉੱਥੇ ਸਟੈਟਿਕ GK ਬਾਈ ਸੋਨੂ ਰਾਵ ਸਰ ਕਰਵਾਈ ਹੋਈ ਹੈ। ਉਹਦੇ ਵਿੱਚ ਤੈਨੂੰ G20 G7 ਸਾਰੇ ਦੇ ਸਾਰੇ ਜਿਹੜਾ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨਸ ਜਿੰਨੇ ਵੀ ਇੰਪੋਰਟੈਂਟਸ ਕਰੰਟ ਅਫੇਅਰਸ ਨੇ, ਜਿਹੜੀ ਸਟੈਟਿਕ GK ਸਾਰੀ ਦੀ ਸਾਰੀ ਤੁਹਾਨੂੰ ਉੱਥੇ ਮਿਲ ਜਾਏਗੀ। ਤਾਂ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਵੀ G20 ਦੇ ਵਿੱਚ ਕਿਹੜੀ ਕੰਟਰੀ ਹੈ ਉਹ ਜਿਹੜੇ ਉਹ ਸ਼ਾਮਿਲ ਹੈਗੇ ਨੇ। ਉਸ ਤੋਂ ਬਾਅਦ 5th ਕੁਐਸਚਨ ਕੀ ਕਹਿੰਦਾ ਤਾਂ ਵਿਚ UN ਏਜੰਸੀ ਸਪੋਰਟ ਦਾ ਸੈਲੀਬ੍ਰੇਸ਼ਨ ਆਫ ਦਾ ਵਰਲਡ ਸਿਟੀਜ਼ ਡੇ ਔਨ October 31। ਠੀਕ ਹੈ ਜੀ, ਕਿਹੜੀ ਕਹਿੰਦਾ UN ਏਜੰਸੀ ਜਿਹੜੀ ਹੈਗੀ ਹੈ ਸਪੋਰਟ ਦਾ ਸੈਲੀਬ੍ਰੇਸ਼ਨ ਆਫ ਦਾ ਵਰਲਡ ਸਿਟੀਜ਼ ਡੇ ਔਨ 31 ਅਕਤੂਬਰ, 31 ਅਕਤੂਬਰ ਨੂੰ ਜਿਹੜਾ ਡੇ ਸੈਲੀਬ੍ਰੇਟ ਕੀਤਾ ਜਾਂਦਾ ਵਰਲਡ ਸਿਟੀਜ਼ ਡੇ, ਉਹ ਕਿਹੜੀ ਏਜੰਸੀ ਹੈ UN ਦੀ? ਤਾਂ UN ਹੈਬੀਟੇਟ ਹੈ ਜੀ। UN ਹੈਬੀਟੇਟ ਹੈ ਜਿਹੜੀ ਉਹ ਡੇ ਜਿਹੜਾ ਸੈਲੀਬ੍ਰੇਟ ਕਰਨ ਵਾਸਤੇ ਕੀ ਕਰਦੀ ਹੈ ਜੀ? ਸਪੋਰਟ ਕਰਦੀ ਹੈ। ਉਸ ਤੋਂ ਬਾਅਦ 6th ਕੁਐਸਚਨ ਕੀ ਕਹਿੰਦਾ ਜੀ? ਵਿਚ ਕੰਟਰੀ ਕੋ ਹੋਸਟਡ ਦਾ ਸੈਲੀਬ੍ਰੇਸ਼ਨ ਆਫ ਦਾ ਵਰਲਡ ਸਿਟੀਜ਼ ਡੇ ਦਿਸ ਈਅਰ। ਕੋ ਹੋਸਟਡ ਕੰਟਰੀ ਕਿਹੜਾ ਸੀਗਾ ਜੀ? ਇਜਿਪਟ ਸੀਗਾ। ਕਿਹੜਾ ਕੰਟਰੀ ਹੈ ਜੀ? ਇਜਿਪਟ ਸੀਗਾ ਜੀ ਜਿਹਨੇ ਕੋ ਹੋਸਟ ਕੀਤਾ ਜੀ ਕਿਹੜਾ ਡੇ? ਵਰਲਡ ਸਿਟੀਜ਼ ਡੇ ਇਸ ਸਾਲ ਜਿਹੜਾ 2021 ਦਾ ਹੋਇਆ ਹੈ। ਠੀਕ ਹੈ ਜੀ। ਨੈਕਸਟ ਕੀ ਆ ਗਿਆ ਜੀ? ਇੰਪੋਰਟੈਂਟ ਕੁਐਸਚਨ ਹੈ, ਰਾਸ਼ਟਰੀ ਏਕਤਾ ਦਿਵਸ ਔਨ October 31 ਮਾਰਕਸ ਦਾ ਬਰਥ ਐਨੀਵਰਸਰੀ ਆਫ ਦਾ ਵਿਚ ਗ੍ਰੇਟੈਸਟ ਲੀਡਰ। ਤਾਂ ਵੈਰੀ ਇੰਪੋਰਟੈਂਟ ਮੈਂ ਕੁਐਸਚਨ ਕਹਿ ਸਕਦਾ। ਰਾਸ਼ਟਰੀ ਏਕਤਾ ਦਿਵਸ ਜਿਹੜਾ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ 31 ਅਕਤੂਬਰ ਨੂੰ, ਤਾਂ 31 ਅਕਤੂਬਰ ਨੂੰ ਕਿਸ ਦੇ ਜਿਹੜਾ ਹੈ ਬਰਥ ਐਨੀਵਰਸਰੀ ਦੀ ਸੈਲੀਬ੍ਰੇਟ ਕੀਤਾ ਜਾਂਦਾ? ਕਿਸ ਦਾ ਜਨਮ ਹੁੰਦਾ? ਤਾਂ ਸਰਦਾਰ ਵੱਲਭ ਭਾਈ ਪਟੇਲ। ਠੀਕ ਹੈ ਜੀ, ਲੋਹ ਪੁਰਸ਼ ਜਿਹਨੂੰ ਕਿਹਾ ਜਾਂਦਾ ਜੀ ਸਰਦਾਰ ਵੱਲਭ ਭਾਈ ਪਟੇਲ, ਉਹਨਾਂ ਦੇ ਨਾਮ 'ਤੇ ਜਿਹੜਾ ਹੈ ਰਾਸ਼ਟਰੀ ਏਕਤਾ ਦਿਵਸ ਜਿਹੜਾ ਹੈਗਾ, ਕਿਉਂਕਿ 31 ਅਕਤੂਬਰ ਨੂੰ ਇਹਨਾਂ ਦਾ ਜਨਮ ਹੋਇਆ ਸੀਗਾ, ਤਾਂ ਇਸੇ ਦਿਨ ਹੀ ਰਾਸ਼ਟਰੀ ਏਕਤਾ ਦਿਵਸ ਅਖੰਡ ਭਾਰਤ ਦੀ ਤੁਹਾਨੂੰ ਪਤਾ ਹੈ ਜੀ, ਭਾਰਤ ਨੂੰ ਇੰਨੇ ਟੁਕੜਿਆਂ ਦੇ ਵਿੱਚ ਵੰਡਿਆ ਜਾਣਾ ਸੀਗਾ, ਜਿਹਦੇ ਸਾਰੀਆਂ ਦੇ ਸਾਰੀਆਂ ਜਿਹੜੇ 565 ਰਿਆਸਤਾਂ ਸੀਗੀਆਂ ਉਹਨਾਂ ਨੂੰ ਇਕੱਠਾ ਕਰਨ ਦਾ ਕੰਮ ਜੇਕਰ ਕੀਤਾ ਸੀਗਾ ਤਾਂ ਕਿਹਨੇ ਕੀਤਾ ਸੀਗਾ ਜੀ? ਸਰਦਾਰ ਵੱਲਭ ਭਾਈ ਪਟੇਲ ਨੇ ਕੀਤਾ ਸੀਗਾ। ਇਸੇ ਕਰਕੇ ਇਹਨੂੰ ਰਾਸ਼ਟਰੀ ਏਕਤਾ, ਕਿਉਂਕਿ ਏਕਤਾ ਦੀ ਗੱਲ ਕਿਹਨੇ ਕੀਤੀ? ਕਿ ਸਰਦਾਰ ਵੱਲਭ ਭਾਈ ਪਟੇਲ ਨੇ ਕੀਤੀ ਸੀਗੀ। ਦੀ ਪਹਿਲੇ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਪੁੱਛ ਲਏ ਤਾਂ ਕੌਣ ਸੀਗੇ? ਸਰਦਾਰ ਵੱਲਭ ਭਾਈ ਪਟੇਲ ਸੀਗੇ। ਠੀਕ ਹੈ ਜੀ, ਸਰਦਾਰ ਵੱਲਭ ਭਾਈ ਪਟੇਲ। ਤੇ ਪਹਿਲੇ ਡਿਪਟੀ ਪ੍ਰਾਈਮ ਮਿਨਿਸਟਰ ਪੁੱਛ ਲਏ ਤਾਂ ਕੌਣ ਸੀਗੇ ਜੀ? ਵੱਲਭ ਭਾਈ ਪਟੇਲ ਸੀਗੇ। ਤੇ ਇਹਨਾਂ ਦਾ ਇੱਕ ਸਟੈਚੂ ਜਿਹੜਾ ਹੈਗਾ ਉਹ ਕਿਸ ਸਟੇਟ ਦੇ ਵਿੱਚ ਹੈਗਾ ਜੀ? ਤਾਂ ਸਰਦਾਰ ਵੱਲਭ ਭਾਈ ਪਟੇਲ ਦਾ ਜਿਹੜਾ ਸਟੈਚੂ ਹੈਗਾ ਜੀ ਉਹ ਕਿੱਥੇ ਹੈ? ਤੇ ਉਹ ਕਿੱਥੇ ਹੈ ਜੀ? ਗੁਜਰਾਤ ਦੇ ਵਿੱਚ ਹੈਗਾ। ਤੇ ਤੁਸੀਂ ਮੈਨੂੰ ਉਸ ਸਟੈਚੂ ਉਹ ਜਿਹੜਾ ਸਟੈਚੂ ਹੈ ਸਰਦਾਰ ਵੱਲਭ ਭਾਈ ਪਟੇਲ ਦਾ ਕਿਸ ਨਦੀ ਤੇ ਬਣਿਆ ਹੋਇਆ ਹੈ? ਆਹ ਕਮੈਂਟ ਕਰਕੇ ਜ਼ਰੂਰ ਮੈਨੂੰ ਦੱਸੋ ਕਿਸ ਨਦੀ ਤੇ ਜਿਹੜਾ ਹੈ ਸਰਦਾਰ ਵੱਲਭ ਭਾਈ ਪਟੇਲ ਦਾ ਸਟੈਚੂ ਜਿਹੜਾ ਉਹ ਬਣਿਆ ਹੋਇਆ ਹੈ। ਠੀਕ ਹੈ ਜੀ, ਸਾਰੇ ਦੇ ਸਾਰੇ ਬੱਚੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਇਹਦਾ ਆਨਸਰ ਦਿਓ ਜੀ। ਉਸ ਤੋਂ ਬਾਅਦ 8th ਕੁਐਸਚਨ ਕੀ ਕਹਿੰਦਾ ਜੀ? ਇੰਡੀਆਜ਼ ਸੈਲੀਬ੍ਰੇਟਸ ਵਰਲਡ ਸੇਵਿੰਗ ਡੇਜ਼ ਔਨ ਵਿਚ ਡੇਟ। ਤਾਂ
ਭਾਰਤ ਜਿਹੜਾ ਹੈਗਾ ਵਰਲਡ ਸੇਵਿੰਗ ਡੇ ਜਿਹੜਾ ਹੈ ਕਦੋਂ ਸੈਲੀਬ੍ਰੇਟ ਕਰਦਾ ਜੀ, ਤਾਂ ਅਕਤੂਬਰ 30 ਨੂੰ ਕਰਦਾ ਜੀ। ਅਤੇ ਹੁਣ ਡੇ ਜਿਹੜੇ ਆਪਾਂ ਕਰ ਰਹੇ ਹਾਂ ਅਕਤੂਬਰ ਵਾਲੇ ਹੀ ਕਰ ਰਹੇ ਹਾਂ ਜਿਹੜੇ ਇੰਪੋਰਟੈਂਟ ਨੇ। ਤਾਂ ਵਰਲਡ ਸੇਵਿੰਗ ਡੇ ਜਿਹੜਾ ਸੈਲੀਬ੍ਰੇਟ ਪੁੱਛ ਲਏ ਤਾਂ ਕਦੋਂ ਕੀਤਾ ਜਾਂਦਾ ਜੀ, 30 ਅਕਤੂਬਰ ਨੂੰ ਜਿਹੜਾ ਉਹ ਸੈਲੀਬ੍ਰੇਟ ਕੀਤਾ ਜਾਂਦਾ ਹੈ। 9th ਕੁਐਸਚਨ ਕੀ ਕਹਿੰਦਾ, ਤਾਂ ਏਸ਼ੀਅਨ ਡਿਵੈਲਪਮੈਂਟ ਬੈਂਕ, ADB ਬੈਂਕ ਤੁਹਾਨੂੰ ਪਤਾ ਜੀ ਏਸ਼ੀਅਨ ਡਿਵੈਲਪਮੈਂਟ ਬੈਂਕ ਹੈ। ਅਤੇ ਜਿਹੜੇ ਏਸ਼ੀਆ ਦੇ ਕਈ ਕੰਟਰੀਜ਼ ਨੇ, ਜਿਹੜੀ ਇੰਪੋਰਟੈਂਟ ਕੰਟਰੀਜ਼ ਨੇ, ਉਹਨਾਂ ਨੇ ਮਿਲ ਕੇ ਬਣਾਇਆ ਸੀਗਾ, ਠੀਕ ਹੈ ਜੀ। ਅਤੇ ਹੁਣ ਲਗਭਗ ਤੁਹਾਨੂੰ ਪਤਾ ਇਹਦੇ ਵਿੱਚ 64 ਕੰਟਰੀਜ਼ ਨੇ ਇਹਦੇ ਵਿੱਚ ਸ਼ਾਮਿਲ ਹੈਗੀਆਂ ਨੇ। ਤਾਂ ਤੁਸੀਂ ਉਹ ਜੇਕਰ ਇਸ ਦੇ ਰਿਲੇਟਡ ਵੀ ਜਿਹੜੀ ADB ਦੇ ਬੈਂਕ ਦੇ ਰਿਲੇਟਡ ਵੀ ਜੇ ਤੁਸੀਂ ਮੇਰੀ ਵੀਡੀਓ ਦੇਖਣਾ ਚਾਹੁੰਦੇ ਤਾਂ ਉਹ ਵੀ ਤੁਹਾਨੂੰ ਸਟੈਟਿਕ ਜੀਕੇ ਦੀ ਜਿਹੜੀ ਵੀਡੀਓ ਉਸ ਦੇ ਵਿੱਚ ਮਿਲ ਜਾਏਗਾ ਜੀ। ਤਾਂ ਕਹਿੰਦਾ ਏਸ਼ੀਅਨ ਡਿਵੈਲਪਮੈਂਟ ਬੈਂਕ ਸੈਂਕਸ਼ਨਡ 100 ਮਿਲੀਅਨਸ ਲੋਨ ਟੂ ਪ੍ਰੋਮੋਟ ਐਨ ਐਗਰੀ ਬਿਜ਼ਨਸ ਨੈਟਵਰਕ ਬੂਸਟ ਫਾਰਮ ਇਨਕਮ ਇਨ ਵਿਚ ਸਟੇਟ, ਕਿਹੜੀ ਸਟੇਟ ਦੇ ਵਿੱਚ ਜਿਹੜਾ ਹੈ ADB ਬੈਂਕ ਨੇ ਆ ਸ਼ੁਰੂ ਕੀਤਾ ਹੈ, ਤਾਂ ਕਿਸ ਸਟੇਟ ਦੇ ਵਿੱਚ ਕੀਤਾ ਜੀ, ਤਾਂ ਸਟੇਟ ਦੀ ਜੇਕਰ ਗੱਲ ਕਰ ਲਏ ਤਾਂ ਕਿਹੜੀ ਸਟੇਟ ਦੇ ਵਿੱਚ ਕੀਤਾ ਜੀ, ਮਹਾਰਾਸ਼ਟਰ ਦੇ ਵਿੱਚ ਕੀਤਾ ਹੈ। ਕਿਸ ਸਟੇਟ ਦੇ ਵਿੱਚ ਕੀਤਾ ਜੀ, ਮਹਾਰਾਸ਼ਟਰ ਦੇ ਵਿੱਚ ਇਹਨਾਂ ਨੇ $100 ਮਿਲੀਅਨ ਜਿਹੜਾ ਹੈਗਾ ਉਹ ਨਿਵੇਸ਼ ਦੀ ਗੱਲ ਕੀਤੀ ਹੈ ਜੀ, $100 ਮਿਲੀਅਨ, ਠੀਕ ਹੈ ਜੀ। ਮਹਾਰਾਸ਼ਟਰ ਦੇ ਵਿੱਚ ADB ਬੈਂਕ, ਏਸ਼ੀਅਨ ਡਿਵੈਲਪਮੈਂਟ ਬੈਂਕ, ਠੀਕ ਹੈ ਨਾ, ਯਾਦ ਰੱਖਣਾ ਜੀ ਇਹਨੂੰ। ਬਿਜ਼ਨਸ ਨੂੰ, ਐਗਰੀਕਲਚਰ ਬਿਜ਼ਨਸ ਨੂੰ ਪ੍ਰਮੋਟ ਕਰਨ ਵਾਸਤੇ ਮਹਾਰਾਸ਼ਟਰ ਦੇ ਵਿੱਚ $100 ਮਿਲੀਅਨ ਦਾ ਜਿਹੜਾ ਇਹਨਾਂ ਨੇ ਕੀ ਕੀਤਾ ਹੈ, ਨਿਵੇਸ਼ ਕੀਤਾ ਹੈ। 10th ਕੁਐਸਚਨ ਕੀ ਕਹਿੰਦਾ ਜੀ, the Ministry of Electronics and Information Technology, the Ministry of Electronics and Information Technology, ਉਸ ਤੋਂ ਬਾਅਦ ਕਹਿੰਦਾ ਹੈ tied up with which globe tech giant to launch upskillable academy a new growth development program for setup, ਤਾਂ ਗੂਗਲ ਦੇ ਨਾਲ ਇਹਨਾਂ ਨੇ ਮਿਲ ਕੇ ਜਿਹੜਾ ਉਹ ਸੈਟਅਪ ਕੀਤਾ ਜੀ, ਠੀਕ ਹੈ ਜੀ, ਗੂਗਲ ਦੇ ਨਾਲ। ਉਸ ਤੋਂ ਬਾਅਦ 11th ਕੁਐਸਚਨ ਕੀ ਕਹਿੰਦਾ ਜੀ, 11ਵਾਂ ਕੁਐਸਚਨ ਕੀ ਕਹਿੰਦਾ ਹੈ, ਕਹਿੰਦਾ ਵਿਚ ਬਿਜ਼ਨਸ ਟਾਈਕੂਨਸ ਅਮਰਜਡ ਏ ਰਿਚੈਸਟ ਪਰਸਨ ਇਨ ਦਾ ਵਰਲਡ ਐਡਿੰਗ $36 billion to her fortunes on October 25, reaching a net worth $287 billion। ਐਲੋਨ ਮਸਕ, ਮਤਲਬ ਹੁਣ ਕੀ ਹੈ ਦੋਸਤੋ, ਹੁਣ ਜੇ ਤੁਹਾਡੇ ਤੋਂ ਗੱਲ ਪੁੱਛ ਲਈ ਸਭ ਤੋਂ ਰਿਚੈਸਟ ਪਰਸਨ ਕੌਣ ਹੈ ਜੀ, ਅਕਤੂਬਰ ਦੀ ਜੇ ਆਪਾਂ ਗੱਲ ਕਰੀਏ, ਤਾਂ ਅਕਤੂਬਰ ਦੇ ਵਿੱਚ ਸਭ ਤੋਂ ਰਿਚੈਸਟ ਪਰਸਨ ਕੌਣ ਹੈ ਦੁਨੀਆ ਦਾ, ਤਾਂ ਐਲੋਨ ਮਸਕ ਹੈ। ਕੌਣ ਹੈ ਜੀ, ਐਲੋਨ ਮਸਕ, ਠੀਕ ਹੈ ਜੀ। ਤਾਂ ਐਲੋਨ ਮਸਕ ਦੇ ਰਿਲੇਟਡ ਦੂਜਾ 12ਵਾਂ ਕੁਐਸਚਨ ਆ ਗਿਆ ਜੀ, ਐਲੋਨ ਮਸਕ ਇਜ਼ ਦਾ CEO ਆਫ ਦਾ ਐਂਡ ਕੋ ਫਾਊਂਡਰ ਆਫ ਵਿਚ ਕੰਪਨੀ, ਤਾਂ ਟੈਸਲਾ ਕੰਪਨੀ ਦੇ ਜਿਹੜੇ ਹੈਗੇ ਆ ਕੋ ਫਾਊਂਡਰ ਹੈਗੇ ਨੇ ਜੀ, CEO ਵੀ ਹੈਗੇ ਨੇ। ਅਤੇ ਜਿਹੜੇ ਕਿ ਅਕਤੂਬਰ ਮੰਥ ਦੇ ਵਿੱਚ ਸਭ ਤੋਂ ਰਿਚੈਸਟ ਪਰਸਨ ਦੀ ਗੱਲ ਕਰ ਲਈਏ ਤਾਂ ਕੌਣ ਨੇ ਜੀ, ਐਲੋਨ ਮਸਕ ਹੈ। ਕੌਣ ਹੈ ਜੀ, ਐਲੋਨ ਮਸਕ ਹੈ। ਐਲੋਨ ਮਸਕ ਲਗਭਗ 50 ਸਾਲ ਦਾ ਬੰਦਾ ਜੀ, ਐਲੋਨ ਮਸਕ, ਠੀਕ ਹੈ ਜੀ। ਪਿੱਛੇ ਜੀ ਕਾਫੀ ਨਿਊਜ਼ ਦੇ ਵਿੱਚ ਰਹੇ ਸੀਗੇ। ਉਸ ਤੋਂ ਬਾਅਦ ਕੀ ਆ ਗਿਆ ਜੀ, 13 ਕੁਐਸਚਨ ਕੀ ਕਹਿੰਦਾ, 38th ਅਤੇ 39th ਸਮਿਟ ਆਫ ਏਸ਼ੀਆਨ ਦੇ ਰਿਗਾਰਡਿੰਗ ਵੀ ਤੁਸੀਂ ਮੇਰੀ ਵੀਡੀਓ ਜਿਹੜੀ ਬਣੀ ਹੋਈ ਹੈ ਜੀ ਉਹ ਦੇਖ ਸਕਦੇ ਹੋ। ਤਾਂ ਏਸ਼ੀਅਨ ਨੇਸ਼ਨਸ ਵਾਰ ਹੋਸਟਡ ਬਾਈ ਵਿਚ ਕੰਟਰੀਜ਼, ਤਾਂ 38ਵਾਂ ਅਤੇ 39ਵੀਂ ਜਿਹੜੀ ਸਮਿਟ ਹੈ ਏਸ਼ੀਆਨ ਦੀ ਉਹ ਕਿੱਥੇ ਹੋਈ ਹੈ ਜੀ, ਬਰੂਨਈ ਦੇ ਵਿੱਚ ਹੋਈ ਹੈ। ਤਾਂ ਕਿੱਥੇ ਹੋਈ ਹੈ ਦੋਸਤੋ, ਬਰੂਨਈ ਦੇ ਵਿੱਚ ਹੋਈ ਹੈ, ਜਿਹੜੀ ਕਿ 26 ਤੋਂ ਲੈ ਕੇ 28 ਅਕਤੂਬਰ ਦੇ ਵਿਚਕਾਰ ਹੋਈ ਹੈ ਬਰੂਨਈ ਦੇ ਵਿੱਚ, ਠੀਕ ਹੈ ਜੀ। ਉਸ ਤੋਂ ਬਾਅਦ ਕਹਿੰਦਾ ਹਾਊ ਮੈਨੀ ਕੰਟਰੀਜ਼ ਆਰ ਦਾ ਮੈਂਬਰ ਆਫ ਏਸ਼ੀਅਨਸ ਗਰੁੱਪ, ਤਾਂ ਕਿੰਨੇ ਦੇਸ਼ ਨੇ ਜਿਹੜੇ ਏਸ਼ੀਆਨ ਦਾ ਹਿੱਸਾ ਨੇ, ਤਾਂ ਕਿੰਨੇ ਦੇਸ਼ ਨੇ ਜੀ, 10 ਦੇਸ਼ ਨੇ, ਠੀਕ ਹੈ ਜੀ। ਕਿਹੜੇ ਕੰਟਰੀ ਨੇ ਉਸ ਦੇ ਰਿਗਾਰਡਿੰਗ ਤੁਸੀਂ ਮੇਰੀ ਵੀਡੀਓ ਦੇਖ ਸਕਦੇ ਹੋ, ਕਿਉਂਕਿ ਇੱਥੇ ਆਪਾਂ ਸਿਰਫ ਅਤੇ ਸਿਰਫ ਕਰੰਟ ਅਫੇਅਰ ਹੀ ਡਿਸਕਸ ਕਰਾਂਗੇ। ਮੈਂ ਜ਼ਿਆਦਾ ਡੀਪ ਦੇ ਵਿੱਚ ਜਿਹੜੀ ਹੈ ਉਹ ਨਹੀਂ ਕਰਵਾ ਸਕਦਾ, ਕਿਉਂਕਿ ਵੀਡੀਓ ਫਿਰ ਕੀ ਹੋ ਜਾਏਗੀ, ਬਹੁਤ ਜ਼ਿਆਦਾ ਲੰਬੀ ਹੋ ਜਾਏਗੀ। 15ਵਾਂ ਕੁਐਸਚਨ ਕੀ ਕਹਿੰਦਾ ਜੀ, ਏਸ਼ੀਅਨ ਡਿਵੈਲਪਮੈਂਟ ਬੈਂਕ ਅਪਰੂਵਡ 4.5 ADB ਬੈਂਕ $4.5 ਮਿਲੀਅਨ ਲੋਨ ਅਪਰੂਵ ਕੀਤਾ ਜੀ। ਅਰਬਨ ਮੋਬਿਲਿਟੀ ਇਨ ਵਿਚ ਸਿਟੀ, ਮਿਜ਼ੋਰਮ ਦੀ ਕਿਸ ਸਿਟੀ ਦੇ ਲਈ ਕੀਤਾ ਜੀ, ਇਜ਼ਵਾਲ ਦੇ ਲਈ। ਤਾਂ ਐਗਰੀਕਲਚਰ ਦੇ ਲਈ ਕਿਸ ਦੇ ਕੀਤਾ, ਮਹਾਰਾਸ਼ਟਰ ਦੇ ਵਿੱਚ ਕੀਤਾ ਸੀਗਾ। ਅਤੇ ਏਸ਼ੀਅਨ ਡਿਵੈਲਪਮੈਂਟ ਬੈਂਕ ਨੇ $4.5 ਮਿਲੀਅਨ ਦਾ ਨਿਵੇਸ਼ ਕੀਤਾ ਹੈ, ਮਿਜ਼ੋਰਮ ਦੇ ਵਿੱਚ ਕੀਤਾ ਹੈ। ਅਤੇ ਕਿਸ ਸਿਟੀ ਦੇ ਵਿੱਚ ਕੀਤਾ ਜੀ, ਇਜ਼ਵਾਲ ਮੈਂ ਕਹਿ ਸਕਦਾ ਜੀ, ਇਜ਼ਾਵਲ ਦੇ ਵਿੱਚ ਕੀਤਾ ਹੈ। 16th ਕੁਐਸਚਨ ਕੀ ਕਹਿੰਦਾ ਜੀ, ਵਿਚ ਇਜ਼ ਦਾ ਫਸਟ ਇੰਡੀਅਨ ਮੇਜਰ ਪੋਰਟ ਟੂ ਗੈਟ ਦਾ ਰੇਡੀਓ ਓਵਰ ਇੰਟਰਨੈਟ ਪ੍ਰੋਟੋਕੋਲ ਕਮਿਊਨੀਕੇਸ਼ਨ ਫੈਸਿਲਿਟੀ, ਤਾਂ ਇਹਦਾ ਜਿਹੜਾ ਰਾਈਟ ਆਨਸਰ ਕੀ ਹੈ ਜੀ, ਸ਼ਿਆਮਾ ਪ੍ਰਸਾਦ ਮੁਖਰਜੀ ਪੋਰਟ, ਕਲਕੱਤਾ। ਸ਼ਿਆਮਾ ਪ੍ਰਸਾਦ ਮੁਖਰਜੀ ਜਿਹੜਾ ਪੋਰਟ ਹੈ ਕਲਕੱਤਾ, ਉਹਦੇ ਵਿੱਚ ਕੀ ਕੀਤਾ ਜੀ, ਵਿੱਚ ਜਿਹੜਾ ਇੰਡੀਅਨ ਮੇਜਰ ਪੋਰਟ ਹੈ ਜੀ ਉਹਦੇ ਵਿੱਚ ਰੇਡੀਓ ਓਵਰ ਇੰਟਰਨੈਟ ਪ੍ਰੋਟੋਕੋਲ ਕਮਿਊਨੀਕੇਸ਼ਨ ਦੀ ਫੈਸਿਲਿਟੀ ਜਿਹੜੀ ਉਹ ਪ੍ਰੋਵਾਈਡ ਕੀਤੀ ਹੈ। ਸ਼ਿਆਮਾ ਰਾਜ ਮੁਖਰਜੀ ਪੋਰਟ ਮਤਲਬ ਕੀ ਆ ਗਿਆ ਜੀ, ਕਿਲਾ ਜਾਂ ਪੋਰਟ ਕਹਿ ਲਓ ਜੀ, ਜਿੱਥੇ ਜਿਹੜੀ ਜਹਾਜ਼ਾਂ ਦੀ ਜਿਹੜੀ ਆਵਾਜਾਈ ਹੈ, ਸ਼ਿਪ ਦੀ ਜਿਹੜੀ ਆਵਾਜਾਈ ਹੈ ਉਹ ਹੁੰਦੀ ਹੈ। ਕਲਕੱਤਾ ਕਿੱਥੇ ਆ ਗਿਆ ਜੀ, ਪੱਛਮੀ ਬੰਗਾਲ ਦੇ ਵਿੱਚ ਆ ਗਿਆ। ਕੈਪੀਟਲ ਹੈ ਵੈਸਟ ਬੰਗਾਲ ਦੀ, ਠੀਕ ਹੈ ਜੀ।
ਉਸ ਤੋਂ ਬਾਅਦ ਕੀ ਆ ਗਿਆ ਜੀ 17th ਕੁਐਸਚਨ ਕੀ ਕਹਿੰਦਾ, ਨੇਮ ਦਾ ਵੈਟਰਨ ਬੈਂਕ ਅਪॉइंटेड ਐਜ਼ ਦਾ ਚੇਅਰਪਰਸਨ ਆਫ ਦਾ ਨਿਊਲੀ ਸੈਟਅਪ ₹20,000 ਕਰੋੜ ਨੈਸ਼ਨਲ ਬੈਂਕ ਫਾਰ ਦਾ ਫਾਈਨੈਂਸਿੰਗ ਇਨਫਰਾਸਟਰਕਚਰ ਐਂਡ ਡਿਵੈਲਪਮੈਂਟ। ਤਾਂ KV ਕਾਮਤ ਨੇ ਜੀ, ਉਹ ਕੌਣ ਨੇ ਜੀ, KV ਕਾਮਤ ਨੇ। ਠੀਕ ਹੈ ਜੀ। ਨੈਕਸਟ ਕੁਐਸਚਨ ਕੀ ਕਹਿੰਦਾ ਜੀ 18ਵਾਂ, ਹੂ ਹੈਜ਼ ਬੀਨ ਦਾ ਅਪॉइंटेड ਆਫ ਦਾ ਚੇਅਰਪਰਸਨ ਆਫ ਦਾ ਇਕੋਨੋਮਿਕ ਐਡਵਾਈਜ਼ਰੀ ਕਾਊਂਸਿਲ ਫਾਰ ਦਾ ਪ੍ਰਾਈਮ ਮਿਨਿਸਟਰ। ਤਾਂ ਪ੍ਰਾਈਮ ਮਿਨਿਸਟਰ ਦੀ ਜਿਹੜੀ ਇਕੋਨੋਮਿਕ ਐਡਵਾਈਜ਼ਰੀ ਕਾਊਂਸਿਲ ਹੈ ਉਹਦਾ ਜਿਹੜਾ ਚੇਅਰਪਰਸਨ ਚੁਣਿਆ ਗਿਆ, ਉਹ ਕਿਹਨੂੰ ਚੁਣਿਆ ਗਿਆ ਜੀ, ਡਾਕਟਰ ਬਾਈਬੇਕ ਨੂੰ, ਡਾਕਟਰ ਬਾਈਬੇਕ ਡੇਬਰੋਏ, ਡਾਕਟਰ ਬਾਈਬੇਕ ਡੇਬਰੋਏ ਨੂੰ ਜਿਹੜਾ ਹੈਗਾ ਇਕੋਨੋਮਿਕ ਐਡਵਾਈਜ਼ਰੀ ਦਾ ਜਿਹੜਾ ਕਾਊਂਸਲ ਹੈ, ਉਹ ਕਾਊਂਸਲ ਦਾ ਕੀ ਹੈ ਜੀ, ਪ੍ਰਾਈਮ ਮਿਨਿਸਟਰ ਦੀ ਜਿਹੜੀ ਇਕੋਨੋਮਿਕ ਐਡਵਾਈਜ਼ਰ ਹੈ, ਮਤਲਬ ਪੈਸਿਆਂ ਦੇ ਲੈਣ ਦੇਣ ਪੱਖੋਂ ਜਿਹੜਾ ਚੇਅਰਪਰਸਨ ਹੈ ਉਹ ਨਿਯੁਕਤ ਕੀਤਾ ਗਿਆ ਜੀ। 19th ਕੁਐਸਚਨ ਕੀ ਕਹਿੰਦਾ ਜੀ, 19ਵਾਂ ਕੁਐਸਚਨ ਕੀ ਕਹਿੰਦਾ ਹੈ, ਕਹਿੰਦਾ DRDO ਟੈਸਟਡ ਵਿਚ ਕੌਂਟੀਨੈਂਟਲ ਬਾਲਿਸਟਿਕ ਮਿਜ਼ਾਈਲਸ ਸਕਸੈਸਫੁਲੀ ਔਨ October 27। ਤਾਂ ਮਤਲਬ DRDO ਤੁਹਾਨੂੰ ਪਤਾ ਜੀ, DRDO ਕੀ ਹੈ, ਜਿੱਥੇ ਪ੍ਰੀਖਸ਼ਨਸ ਕੀਤੇ ਜਾਂਦੇ ਨੇ ਜੀ, ਸੈਨਾ ਦਾ ਇੱਕ ਸੰਸਥਾਨ ਹੈ ਜਿੱਥੇ ਪ੍ਰੀਖਸ਼ਨਸ ਕੀਤੇ ਜਾਂਦੇ ਨੇ। ਠੀਕ ਹੈ ਜੀ, ਉੜੀਸਾ ਦੇ ਵਿੱਚ ਹੈਗਾ, ਆਈ ਥਿੰਕ ਤੁਸੀਂ ਸੁਣਿਆ ਹੋਏਗਾ। ਤਾਂ ਉਹ ਜਿਹੜਾ ਹੁਣ DRDO ਨੇ ਜਿਹੜਾ ਐਕਸਪੈਰੀਮੈਂਟ ਕੀਤਾ ਹੈ, ਜਿਹੜੀ ਲਾਂਚ ਕੀਤੀ ਹੈ ਇੰਟਰਨੈਟ ਕੋਰਿੰਟਲ ਬਾਈਸੈਕਲ ਜਿਹੜੀ ਮਿਜ਼ਾਈਲ ਛੱਡੀ ਹੈ, ਉਹ 27 ਅਕਤੂਬਰ ਨੂੰ, ਕਿਹੜੀ ਮਿਜ਼ਾਈਲ ਹੈ, ਤਾਂ ਅਗਨੀ 5 ਹੈ। ਕਿਹੜੀ ਹੈ ਜੀ, ਅਗਨੀ 5 ਹੈ। ਠੀਕ ਹੈ ਜੀ। ਉਸ ਤੋਂ ਬਾਅਦ 20ਵਾਂ ਕੁਐਸਚਨ ਕੀ ਕਹਿੰਦਾ ਜੀ, ਵਟ ਇਜ਼ ਦਾ ਇਫੈਕਟਿਵ ਸਟ੍ਰਾਈਕ ਰੇਂਜ ਆਫ ICB ਅਗਨੀ 5। ਤਾਂ ਹੁਣ ਤੁਸੀਂ ਦੇਖੋ ਜੀ, ਇੱਕ ਤਾਂ ਇਹਦਾ ਫੁੱਲ ਫਾਰਮ ਵੀ ਪੁੱਛਿਆ ਜਾ ਸਕਦਾ, ਜਾਂ ਅਗਨੀ 5 ਹੈ ਜਿਹੜਾ ਮਿਸਾਈਲ, ਉਹਦਾ ਨਾਂ ਕੀ ਹੈ, ਤਾਂ ICB ਅਗਨੀ 5 ਹੈ। ਫੁੱਲ ਫਾਰਮ ਜਿਹੜੀ ਹੈਗੀ ਹੈ, ਜਿਹੜਾ ਮਿਸਾਈਲ ਜਿਹੜਾ DRDO ਨੇ ਛੱਡਿਆ ਹੈ 27 ਅਕਤੂਬਰ ਨੂੰ ਛੱਡਿਆ ਹੈ, ਉਹਦਾ ਪੂਰਾ ਨਾਮ ਜਿਹੜਾ ਹੈ ICB ਅਗਨੀ 25 ਹੈ। ਹੁਣ ਉਹਦੀ ਰੇਂਜ ਵੀ ਤੁਹਾਡੇ ਤੋਂ ਪੁੱਛੀ ਜਾ ਸਕਦੀ, ਉਹਦੀ ਰੇਂਜ ਕਿੰਨੀ ਹੈ, ਤਾਂ ਕਿੰਨੀ ਰੇਂਜ ਹੈ ਜੀ ਉਹਦੀ, 5000 ਕਿਲੋਮੀਟਰ ਤੱਕ ਦੀ ਜਿਹੜੀ ਉਹਦੀ ਹੈ ਰੇਂਜ ਹੈਗੀ ਹੈ। ਤਾਂ ਦੋਨੇ ਚੀਜ਼ਾਂ ਤੁਸੀਂ ਰੱਖਣਾ ਇੱਥੇ, ਕਿ ਤਾਂ DRDO ਪੁੱਛ ਲਈ ਵੀ ਕਿਹੜਾ ਰੋਕਟ ਜਿਹੜਾ ਹੈਗਾ ਜਾਂ ਕਿਹੜੀ ਮਿਸਾਈਲ ਜਿਹੜੀ ਹੈਗੀ ਉਹ ਲਾਂਚ ਕੀਤੀ ਹੈ, ਤਾਂ ਉਹ ਕਿਹੜੀ ਕੀਤੀ ਹੈ ਜੀ, ਟੈਸਟ ਕੀਤੀ ਹੈ ਜੀ, ਤਾਂ ਅਗਨੀ 5 ਕੀਤੀ ਹੈ, ਅਤੇ ਉਹਦੀ ਰੇਂਜ ਕਿੰਨੀ ਹੈ, ਤਾਂ ਜੇ 5000 ਕਿਲੋਮੀਟਰ ਉਹਦੀ ਰੇਂਜ ਹੈ। ਉਸ ਤੋਂ ਬਾਅਦ 21ਵਾਂ ਕੁਐਸਚਨ ਕੀ ਕਹਿੰਦਾ ਜੀ, ਵਟ ਇਜ਼ ਦਾ ਥੀਮ ਫਾਰ ਦਿਸ ਈਅਰ ਵਰਲਡ ਓਕੂਪੇਸ਼ਨਲ ਥੈਰੇਪੀ ਡੇ। ਵਰਲਡ ਓਕੂਪੇਸ਼ਨਲ ਥੈਰੇਪੀ ਡੇ ਦੀ ਜਿਹੜੀ ਥੀਮ ਹੈ ਉਹ ਕਿਹੜੀ ਹੈ ਜੀ, ਬਿਲੋਂਗ ਬੀ ਯੂ। ਕਿਹੜੀ ਹੈ ਜੀ, ਬਿਲੋਂਗ ਬੀ ਯੂ। ਥੈਰੇਪੀ ਡੇ ਦੀ ਜਿਹੜੀ ਥੀਮ ਹੈ ਦੋਸਤੋ, ਉਹ ਕਿਹੜੀ ਹੈ, ਬਿਲੋਂਗ ਬੀ ਯੂ। ਅਤੇ ਤੁਸੀਂ ਮੈਨੂੰ ਥੈਰੇਪੀ ਡੇ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ, ਆਹ ਚੀਜ਼ ਜਿਹੜਾ ਆਨਸਰ ਹੈ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਫਟਾਫਟ ਆਨਸਰ ਦੇ ਦਿਓ ਇਹਦਾ। ਥੈਰੇਪੀ ਡੇ, ਓਕੂਪੇਸ਼ਨਲ ਥੈਰੇਪੀ ਡੇ ਜਿਹੜਾ ਹੈ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ, ਕਿਸ ਤਰੀਕ ਨੂੰ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ, ਉਹਦਾ ਆਨਸਰ ਤੁਸੀਂ ਫਟਾਫਟ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ। ਉਸ ਤੋਂ ਬਾਅਦ 22ਵਾਂ ਕੁਐਸਚਨ ਕੀ ਕਹਿੰਦਾ ਜੀ, ਹੂ ਇਜ਼ ਦਾ ਆਥਰ ਆਫ ਦਾ ਰੀਸੈਂਟ ਬੁੱਕ ਟਾਈਟਲਡ ਕਮਲਾ ਹੈਰਿਸ। ਕੀ ਕਹਿੰਦਾ, ਹੂ ਇਜ਼ ਦਾ ਆਥਰ ਆਫ ਰੀਸੈਂਟ ਬੁੱਕ ਟਾਈਟਲਡ ਕਮਲਾ ਹੈਰਿਸ। ਜਿਹੜਾ ਟਾਈਟਲ ਹੈ, ਇੱਕ ਬੁੱਕ ਲਾਂਚ ਕੀਤੀ ਹੈ ਜਿਸ ਦਾ ਟਾਈਟਲ ਕੀ ਹੈ ਜੀ, ਕਮਲਾ ਹੈਰਿਸ ਹੈ। ਫਿਨੋਮੀਨਲ ਵੂਮੈਨ। ਅਤੇ ਕਮਲਾ ਹੈਰਿਸ ਤੁਸੀਂ ਜਾਣਦੇ ਹੋਗੇ ਜੀ, USA ਦੀ ਵਾਈਸ ਪ੍ਰੈਜ਼ੀਡੈਂਟ ਹੈ ਕਮਲਾ ਹੈਰਿਸ, ਜਿਹੜੀ ਕਿ ਜਿਹਦਾ ਬੈਕਗਰਾਊਂਡ ਜਿਹੜਾ ਕਿਹਾ ਜਾਂਦਾ ਹੈ ਜੀ ਉਹ ਕਿੱਥੋਂ ਦਾ ਹੈ, ਇੰਡੀਆ ਦਾ ਹੈ। ਤਾਂ ਇਸ ਦੇ ਰਿਲੇਟਿਡ ਇੱਕ ਬੁੱਕ ਲਿਖੀ ਹੈ, ਜਿਸ ਦਾ ਰਾਈਟਰ ਕੌਣ ਹੈ ਜੀ, ਆਥਰ ਕੌਣ ਹੈ ਜੀ, ਚਿਦਾਨੰਦ ਸੌਰੀ ਦੋਸਤੋ, ਚਿਦਾਨੰਦ ਜਿਹੜਾ ਹੈਗਾ, ਚਿਦਾਨੰਦ ਰਜਗਾਠਾ ਜਿਹੜਾ ਹੈਗਾ ਇਹਦਾ ਆਥਰ ਹੈਗਾ ਜੀ, ਚਿਦਾਨੰਦ ਰਜਗਾਠਾ ਜਾਂ ਰਜਗੱਥਾ। ਠੀਕ ਹੈ ਜੀ, ਚਿਦਾਨੰਦ ਰਜਗੱਠਾ। ਉਸ ਤੋਂ ਬਾਅਦ 23rd ਕੁਐਸਚਨ ਕੀ ਕਹਿੰਦਾ ਜੀ, ਇੰਟਰਨੈਸ਼ਨਲ ਇੰਟਰਨੈਟ ਡੇ ਔਨ October 29 ਮਾਰਕਸ ਦਾ ਐਨੀਵਰਸਰੀ ਆਫ ਵਿਚ ਇੰਪੋਰਟੈਂਟ ਈਵੈਂਟਸ। ਇੰਟਰਨੈਟ ਡੇ, ਇੱਕ ਤਾਂ ਦੇਖੋ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਵੀ ਇੰਟਰਨੈਟ ਡੇ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ, ਤਾਂ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਜੀ, 29 ਅਕਤੂਬਰ ਨੂੰ ਜਿਹੜਾ ਹੈ ਇੰਟਰਨੈਟ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ। ਅਤੇ ਕਿਸ ਦੀ ਐਨੀਵਰਸਰੀ 'ਤੇ, ਵਿਚ ਇਜ਼ ਇੰਪੋਰਟੈਂਟ ਈਵੈਂਟਸ, ਕਿਸ ਦੀ ਕਿਉਂ ਕੀਤਾ ਜਾਂਦਾ ਜੀ, ਫਸਟ ਇੰਟਰਨੈਟ ਟਰਾਂਸਮਿਸ਼ਨ ਹੈ ਜਿਹੜੀ ਇਸੇ ਤਰੀਕ ਨੂੰ ਹੋਈ ਸੀਗੀ ਜੀ, ਫਸਟ ਇੰਟਰਨੈਟ ਟਰਾਂਸਮਿਸ਼ਨ ਇਸੇ ਤਰੀਕ ਨੂੰ ਹੀ ਹੋਈ ਸੀਗੀ 29 ਅਕਤੂਬਰ ਨੂੰ। ਇਸ ਕਰਕੇ ਜਿਹੜਾ ਹੈ ਇੰਟਰਨੈਟ ਡੇ ਜਿਹੜਾ ਹੈ 29 ਅਕਤੂਬਰ ਤੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ। 24ਵਾਂ ਕੁਐਸਚਨ ਕੀ ਕਹਿੰਦਾ ਜੀ, ਕਹਿੰਦਾ ਦਾ ਮੋਸਟ ਪੋਪੂਲਰ ਇੰਡੀਅਨ ਕ੍ਰਿਕਟਰ ਟੂਰਨਾਮੈਂਟ IPL ਜਿਹੜੀ ਤੁਹਾਨੂੰ ਪਤਾ ਹੈ ਜੀ ਹੁੰਦੀ ਹੈ, ਹਰ ਸਾਲ ਹੁੰਦੀ ਹੈ, BCCI ਕਰਾਉਂਦੀ ਹੈ। IPL ਜਿਹੜਾ ਹੈਗਾ ਗੋਟ ਵਿਚ 2 ਨਿਊ ਟੀਮਸ ਫਰੋਮ ਦਾ ਸੈਸ਼ਨਸ 2022 ਸੈਸ਼ਨ ਜਿਹੜਾ ਹੋਏਗਾ ਉਹਦੇ ਵਿੱਚ ਤੁਹਾਨੂੰ ਪਤਾ 2 ਨਵੀਆਂ ਟੀਮਾਂ ਜਿਹੜੀਆਂ ਹੋਰ ਸ਼ਾਮਿਲ ਕਰ ਲਈਆਂ। ਪਹਿਲਾਂ 8 ਟੀਮਾਂ ਹੁੰਦੀਆਂ ਸੀਗੀਆਂ, ਹੁਣ ਟੀਮਾਂ ਹੋ ਗਈਆਂ ਜੀ 10। ਤਾਂ ਉਹ 2 ਨਵੀਆਂ ਟੀਮਾਂ ਕਿਹੜੀਆਂ ਨੇ ਜੀ, ਇੱਕ ਲਖਨਊ ਦੀ ਹੈ ਅਤੇ ਇੱਕ ਕੀ ਹੈ ਜੀ, ਅਹਿਮਦਾਬਾਦ ਦੀ ਹੈ। ਲਖਨਊ ਅਤੇ ਅਹਿਮਦਾਬਾਦ ਦੀ ਹੈ, ਅਤੇ ਲਖਨਊ ਤੁਹਾਨੂੰ ਪਤਾ ਹੈ UP ਦੀ ਕੈਪੀਟਲ ਹੈ, ਅਤੇ ਅਹਿਮਦਾਬਾਦ ਕੀ ਹੈ ਜੀ, ਗੁਜਰਾਤ ਦੀ ਕੈਪੀਟਲ ਹੈ।
ਤਾਂ ਲਖਨਊ ਅਤੇ ਅਹਿਮਦਾਬਾਦ ਮਤਲਬ ਕੀ ਆ ਗਿਆ ਜੀ ਯੂਪੀ ਅਤੇ ਗੁਜਰਾਤ ਦੀਆਂ 2 ਟੀਮਾਂ ਹੋਰ ਜਿਹੜੀਆਂ ਹੈਗੀਆਂ ਇਸ ਦੇ ਵਿੱਚ ਸ਼ਾਮਿਲ ਕਰ ਲਈਆਂ ਗਈਆਂ ਤੇ ਲਖਨਊ ਅਤੇ ਅਹਿਮਦਾਬਾਦ। 25ਵਾਂ ਕੁਐਸਚਨ ਕੀ ਕਹਿੰਦਾ ਜੀ, ਵਟ ਇਜ਼ ਦਾ ਟੋਟਲ ਨੰਬਰ ਆਫ ਟੀਮਸ ਇਨ IPL। ਤਾਂ ਹੁਣੇ ਤੁਹਾਨੂੰ ਮੈਂ ਡਿਸਕਸ ਕਰਕੇ ਗਿਆ ਜੀ, ਪਹਿਲਾਂ 8 ਟੀਮਾਂ ਹੁੰਦੀਆਂ ਸੀਗਾ, 2 ਹੋਰ ਆ ਗਈਆਂ, ਤਾਂ ਹੁਣ ਟੋਟਲ ਕਿੰਨੀਆਂ ਹੋ ਗਈਆਂ ਜੀ 10 ਹੋ ਗਈਆਂ। ਕਹਿੰਦਾ ਸ਼ਾਕਟ ਮਿਰਜ਼ੋਯਵ ਹੈਜ਼ ਬੀਨ ਦਾ ਰੀ-ਇਲੈਕਟਡ ਐਜ਼ ਦਾ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ। ਤਾਂ ਕਿਸ ਕੰਟਰੀ ਦੇ ਜਿਹੜੇ ਦੁਬਾਰਾ ਤੋਂ ਇਹਨਾਂ ਨੂੰ ਪ੍ਰੈਜ਼ੀਡੈਂਟ ਜਿਹੜੇ ਚੁਣੇ ਗਏ ਨੇ ਜੀ, ਉਜ਼ਬੇਕਿਸਤਾਨ ਦੇ। ਕਿਸ ਦੇ ਚੁਣੇ ਗਏ ਨੇ ਜੀ, ਉਜ਼ਬੇਕਿਸਤਾਨ ਦੇ ਜਿਹੜੇ ਇਹਨਾਂ ਦੁਬਾਰਾ ਤੋਂ ਜਿਹੜੇ ਪ੍ਰੈਜ਼ੀਡੈਂਟ ਆ ਉਹ ਚੁਣੇ ਗਏ ਨੇ। 27ਵਾਂ ਕੁਐਸਚਨ ਕੀ ਕਹਿੰਦਾ ਦੋਸਤੋ, 27ਵਾਂ ਜਿਹੜਾ ਕੁਐਸਚਨ ਉਹ ਕੀ ਕਹਿੰਦਾ ਹੈ, ਗੌਰਮੈਂਟ ਲਾਂਚਡ ਦਾ ਗ੍ਰੀਨ ਡੇ ਅਹੀਡ ਮਾਰਕੀਟ ਟੂ ਦਾ ਫਰਦਰ ਸਟਰੈਂਥ ਟੂ ਖਾਲਿਸਤਾਨ ਦਾ ਟ੍ਰੇਡ ਇਨ ਇੰਡੀਆ। ਖਾਲਿਸਤਾਨ ਟੂ ਟ੍ਰੇਡ ਇਨ ਇੰਡੀਆ। ਤਾਂ ਆ ਕੀ ਆਏਗਾ ਜੀ, ਇਸ ਦਾ ਰਾਈਟ ਆਂਸਰ ਕੀ ਆਏਗਾ ਜੀ, ਇਲੈਕਟ੍ਰੀਸਿਟੀ। ਆਂਸਰ ਕੀ ਆ ਜਾਏਗਾ ਇਹਦਾ, ਇਲੈਕਟ੍ਰੀਸਿਟੀ ਆ ਜਾਏਗਾ। ਤਾਂ ਗੌਰਮੈਂਟ ਲਾਂਚ ਦਾ ਗ੍ਰੀਨ ਡੇ ਅਹੀਡ ਮਾਰਕੀਟ ਟੂ ਦਾ ਫਰਦਰ ਸਟਰੈਂਥ ਟੂ ਦਾ ਖਾਲਿਸਤਾਨ ਟ੍ਰੇਡ ਇਨ ਇੰਡੀਆ। ਤਾਂ ਕਿਸ ਦੇ ਵਾਸਤੇ ਜਿਹੜੀ ਆ ਗ੍ਰੀਨ ਜਿਹੜੀ ਡੇ ਹੈ ਉਹ ਲਾਂਚ ਕੀਤੀ ਗਈ ਜੀ, ਗ੍ਰੀਨ ਡੇ ਅਹੀਡ ਮਾਰਕੀਟ ਜਿਹੜੀ ਉਹ ਲਾਂਚ ਕੀਤੀ ਗਈ, ਅਤੇ ਕਿਸ ਕਰਕੇ ਕੀਤੀ ਗਈ ਹੈ ਜੀ, ਉਹ ਇਲੈਕਟ੍ਰੀਸਿਟੀ ਕਰਕੇ ਕੀਤੀ ਹੈ ਜੀ। ਉਸ ਤੋਂ ਬਾਅਦ 28ਵਾਂ ਕੁਐਸਚਨ ਕੀ ਕਹਿੰਦਾ ਹੈ, ਇਨ ਵਿਚ ਅਫਰੀਕਨ ਕੰਟਰੀ ਦਾ ਅਪੈਕਸ ਮਿਲਟਰੀ ਜੰਟਾ ਐਗਜ਼ੌਸਟਡ ਏ ਕੌਪ ਔਨ October 25। ਕਹਿੰਦਾ ਇਨ ਵਿਚ ਅਫਰੀਕਨ ਕੰਟਰੀ, ਅਫਰੀਕਨ ਦਾ ਕਿਸ ਕੰਟਰੀ, ਅਫਰੀਕਨ ਕੰਟੀਨੈਂਟ ਤੁਹਾਨੂੰ ਪਤਾ ਹੈ, ਉਹਦਾ ਕਿਹੜਾ ਕੰਟਰੀ ਜਿਹੜਾ ਹੈਗਾ ਅਪੈਕਸ ਮਿਲਟਰੀ ਜਨਤਾ ਐਗਜ਼ੌਸਟਡ ਇਹ ਕੌਪ ਆਫ October 25। ਤਾਂ ਕਿਹੜਾ ਕੰਟਰੀ ਹੈ ਜੀ, ਉਹ ਸੁਡਾਨ ਹੈ, ਸੁਡਾਨ। ਠੀਕ ਹੈ ਜੀ। ਉਸ ਤੋਂ ਬਾਅਦ ਕੀ ਆ ਗਿਆ ਜੀ, ਰੋਡ ਟਰਾਂਸਪੋਰਟ ਐਂਡ ਹਾਈਵੇ ਮਿਨਿਸਟਰ ਨਿਤਿਨ ਗਡਕਰੀ ਲਾਂਚਡ ਏ ਨੌਲੇਜ ਐਪ ਐਂਡ ਦਾ ਪਲੇਟਫਾਰਮ ਨੇਮਡ ਖਾਲਿਸਤਾਨ ਔਨ 25 ਅਕਤੂਬਰ। ਜੀ ਜਿਹੜਾ ਨਿਤਿਨ ਗਡਕਰੀ ਹੈ, ਤੁਹਾਨੂੰ ਪਤਾ ਹੈ ਰੋਡ ਐਂਡ ਟਰਾਂਸਪੋਰਟ ਮਿਨਿਸਟਰ ਇੰਡੀਆ ਦੇ ਕੌਣ ਨੇ ਜੀ, ਨਿਤਿਨ ਗਡਕਰੀ ਨੇ। ਉਹਨਾਂ ਨੇ ਹੁਣ ਰੀਸੈਂਟ ਦੇ ਵਿੱਚ ਇੱਕ ਐਪ ਲਾਂਚ ਕੀਤੀ ਹੈ ਜੀ, ਉਸ ਐਪ ਦਾ ਨਾਮ ਕੀ ਹੈ ਜੀ, ਕੰਸਲਟ ਐਪ ਹੈ। ਕੰਸਲਟ ਐਪ ਹੈ ਜਿਹੜੀ ਕਦੋਂ ਲਾਂਚ ਕੀਤੀ ਹੈ ਜੀ, 25 ਅਕਤੂਬਰ ਨੂੰ ਕੀਤੀ ਹੈ। ਕੰਸਲਟ ਐਪ ਕਿਉਂ ਕੀਤੀ ਹੈ, ਦੇਖੋ ਲਾਂਚਡ ਇਨ ਨੌਲੇਜ ਐਪ ਹੈ ਮਤਲਬ ਕਿਉਂਕਿ ਨਿਤਿਨ ਗਡਕਰੀ ਸਾਹਿਬ ਨੇ ਕੀ ਕਿਹਾ ਜੀ ਵੀ ਹਰੇਕ ਬੰਦੇ ਨੂੰ ਹਰੇਕ ਚੀਜ਼ ਦੀ ਨੌਲੇਜ ਨਹੀਂ ਹੁੰਦੀ, ਇਸ ਕਰਕੇ ਕੰਸਲਟ ਐਪ ਕੀਤੀ ਹੈ, ਲਾਂਚ ਕੀਤੀ ਹੈ ਵੀ ਤੁਸੀਂ ਆਪਣੇ ਜਿਹੜੇ ਕੁਐਸਚਨ ਨੇ, ਜਿਹੜੇ ਤੁਹਾਡੇ ਆਨਸਰ ਨੇ ਜਾਂ ਕੁਛ ਸੁਝਾਅ ਨੇ ਜਿਹੜੇ ਤੁਸੀਂ ਇਸ ਐਪ ਦੇ ਜ਼ਰੀਏ ਤੁਸੀਂ ਦੇ ਸਕਦੇ ਹੋ। ਤਾਂ ਕਿੰਗ ਆਫ ਰੋਡਸ ਪੁੱਛ ਲੈ ਕਿਹਨੂੰ ਕਿਹਾ ਜਾਂਦਾ, ਨਿਤਿਨ ਗਡਕਰੀ ਨੂੰ ਕਿਹਾ ਜਾਂਦਾ ਕਿੰਗਸ ਆਫ ਰੋਡਸ। ਅਤੇ ਟਰਾਂਸਪੋਰਟ ਮਿਨਿਸਟਰ ਆਫ ਇੰਡੀਆ ਕੌਣ ਨੇ ਜੀ, BJP ਗੌਰਮੈਂਟ ਦੇ ਵਿੱਚ ਟਰਾਂਸਪੋਰਟ ਮਿਨਿਸਟਰ ਕੌਣ ਹੈ ਜੀ, ਹੁਣ ਨਿਤਿਨ ਗਡਕਰੀ ਹੈ। ਕਿੰਗਸ ਆਫ ਰੋਡ ਜਿਹੜਾ ਹੈ ਕਿਹਨਾਂ ਨੂੰ ਕਿਹਾ ਜਾਂਦਾ, ਤਾਂ ਨਿਤਿਨ ਗਡਕਰੀ ਨੂੰ ਕਿਹਾ ਜਾਂਦਾ ਹੈ। ਹਾਈਵੇਜ਼ ਵਗੈਰਾ ਤੁਹਾਨੂੰ ਪਤਾ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਅੱਜ ਕੱਲ੍ਹ ਬਣਾਏ ਗਏ ਨੇ। ਠੀਕ ਹੈ ਜੀ, ਉਹਦਾ ਸਾਰਾ ਸ਼੍ਰੇਅ ਜਿਹੜਾ ਜਾਂਦਾ ਨਿਤਿਨ ਗਡਕਰੀ ਨੂੰ ਜਾਂਦਾ ਹੈ। 30th ਕੁਐਸਚਨ ਕੀ ਕਹਿੰਦਾ ਜੀ, ਵਟ ਵਾਜ਼ ਦਾ ਨੇਮ ਆਫ ਦਾ maiden bilateral tri-service exercises held between UK and Indian forces in the Arabian Seas from October 24 to 27 ਕੋਂਕਣ ਸ਼ਕਤੀ 2021 ਕੋਂਕਣ ਸ਼ਕਤੀ। ਦੇਖੋ ਦੋਸਤੋ ਤੁਹਾਨੂੰ ਪਤਾ ਹੈ ਮਿਲਟਰੀ ਐਕਸਰਸਾਈਜ਼ਸ ਹੁੰਦੀਆਂ ਨੇ 2 ਕੰਟਰੀਜ਼ ਦੇ ਵਿਚਕਾਰ ਜਾਂ 3 ਕੰਟਰੀਜ਼ ਦੇ ਵਿਚਕਾਰ। ਤਾਂ ਭਾਰਤ ਅਤੇ UK ਦੇ ਵਿਚਕਾਰ ਜਿਹੜੀ ਮਿਲਟਰੀ ਐਕਸਰਸਾਈਜ਼ਸ ਹੋਈ ਹੈ, ਜਿਹੜੀ ਕਿ 24 ਤੋਂ ਲੈ ਕੇ 27 ਅਕਤੂਬਰ ਦੇ ਵਿਚਕਾਰ ਹੋਈ ਸੀਗੀ, ਉਸ ਮਿਲਟਰੀ ਐਕਸਰਸਾਈਜ਼ਸ ਦਾ ਨਾਂ ਕੀ ਸੀਗਾ, ਉਹ ਮਿਲਟਰੀ ਐਕਸਰਸਾਈਜ਼ ਜਿਹੜੀ ਹੋਈ ਹੈ ਉਹਨੂੰ ਕੀ ਕਿਹਾ ਜਾਂਦਾ ਹੈ, ਤਾਂ ਕਿਹੜੀ ਸੀਗੀ ਜੀ, ਕੋਂਕਣ ਸ਼ਕਤੀ ਐਕਸਰਸਾਈਜ਼ ਸੀਗੀ ਜਿਹੜੀ ਕਿ 24 ਤੋਂ ਲੈ ਕੇ 27 ਅਕਤੂਬਰ ਦੇ ਵਿਚਕਾਰ ਹੋਈ ਹੈ। 31ਵਾਂ ਕੁਐਸਚਨ ਕੀ ਕਹਿੰਦਾ ਜੀ, ਦਾ RBI ਰਿਲੀਜ਼ਡ ਏ ਡਰਾਫਟ ਫਰੇਮਵਰਕ ਔਨ October 22 ਔਨ ਮਾਸਟਰ ਡਾਇਰੈਕਸ਼ਨ ਟੂ ਇੰਪਲੀਮੈਂਟ ਦਾ ਬੈਸਲਸ 3 ਕੈਪੀਟਲ ਫਰੇਮਵਰਕ ਫਾਰ ਵਿਚ ਆਰਗੇਨਾਈਜੇਸ਼ਨਸ। ਤਾਂ ਇਹਦਾ ਜਿਹੜਾ ਰਾਈਟ ਆਂਸਰ ਆਏਗਾ ਜੀ, ਕਿਸ ਸੰਗਠਨ ਦੇ ਲਈ ਜਿਹੜਾ ਹੈਗਾ RBI ਨੇ ਜਿਹੜਾ ਡਰਾਫਟ ਫਰੇਮਵਰਕ ਉਹ ਤਿਆਰ ਕੀਤਾ ਜੀ, ਤਾਂ ਆਲ ਇੰਡੀਆ ਫਾਈਨੈਂਸ਼ੀਅਲ ਇੰਸਟੀਚਿਊਟਸ AIFIS ਇਸ ਦੇ ਵਾਸਤੇ RBI ਨੇ ਜਿਹੜਾ ਡਾਟਾ ਫਰੇਮਵਰਕ ਉਹ ਤਿਆਰ ਕੀਤਾ ਗਿਆ ਜੀ। ਠੀਕ ਹੈ ਜੀ। 32ਵਾਂ ਜਿਹੜਾ ਹੈਗਾ ਦਾ ਵਿਕਟਰ ਡੈਨਮਾਰਕ ਓਪਨ 2021 ਬੈਡਮਿੰਟਨ ਟੂਰਨਾਮੈਂਟ ਜਿਹੜਾ ਹੈਗਾ, ਤਾਂ ਬੈਡਮਿੰਟਨ ਟੂਰਨਾਮੈਂਟ ਵਾਸਤੇ ਤੁਹਾਨੂੰ ਪਤਾ ਜੀ ਵਿਕਟਰ ਡੈਨਮਾਰਕ ਓਪਨ 2021 ਜਿਹੜਾ ਬੈਡਮਿੰਟਨ ਟੂਰਨਾਮੈਂਟ ਹੋਇਆ ਹੈ ਉਹ ਕਿੱਥੇ ਹੋਇਆ ਜੀ, ਡੈਨਮਾਰਕ ਦੇ ਵਿੱਚ ਹੋਇਆ ਹੈ। ਕਿੱਥੇ ਹੋਇਆ ਜੀ, ਡੈਨਮਾਰਕ ਦੇ ਵਿੱਚ ਹੋਇਆ, ਅਤੇ ਜਿਹੜਾ ਕਿ 19 ਅਕਤੂਬਰ ਤੋਂ ਲੈ ਕੇ ਕਦੋਂ ਤੱਕ ਹੋਇਆ ਜੀ, 24 ਅਕਤੂਬਰ ਦੇ ਵਿੱਚ। ਤਾਂ ਡੈਨਮਾਰਕ ਦੀ ਉਹ ਜਗ੍ਹਾ ਪੁੱਛ ਲਈ ਜੀ, ਟੂਰਨਾਮੈਂਟ ਵਾਜ਼ ਹੈਲਡ ਇਨ ਖਾਲਿਸਤਾਨ ਡੈਨਮਾਰਕ, ਮਤਲਬ ਉਹ ਕਿਹੜੀ ਜਗ੍ਹਾ ਦੇ ਵਿੱਚ ਹੋਇਆ, ਤਾਂ ਡੈਨਮਾਰਕ ਦੀ ਉਹ ਜਿਹੜੀ ਜਗ੍ਹਾ ਹੈ ਉਹ ਕਿਹੜੀ ਹੈ ਜੀ, ਓਡੈਂਸ ਹੈ।
ਕਿਹੜੀ ਜਗ੍ਹਾ ਹੈ ਜੀ? ਆਰਡਨਸ ਹੈ, ਜਿੱਥੇ ਬੈਡਮਿੰਟਨ ਟੂਰਨਾਮੈਂਟ ਜਿਹੜਾ ਹੈਗਾ ਟੂਰਨਾਮੈਂਟ ਹੋਇਆ ਜੀ। ਅਤੇ ਜਿਸ ਟੂਰਨਾਮੈਂਟ ਦਾ ਨਾਮ ਕੀ ਹੈ ਜੀ? ਵਿਕਟਰ ਡੈਨਮਾਰਕ ਓਪਨ 2021 2021। ਅਤੇ ਡੈਨਮਾਰਕ ਦੀ ਜੇਕਰ ਜਗ੍ਹਾ ਪੁੱਛੇਗਾ ਤਾਂ ਕਿਹੜੀ ਆਏਗੀ ਜੀ? ਉਹ ਆਰਡਨਸ ਆਏਗੀ। ਜਗ੍ਹਾ ਪੁੱਛੇਗਾ ਜੀ, ਕਿਉਂਕਿ ਟੂਰਨਾਮੈਂਟ ਦਾ ਨਾਮ ਦੇ ਵਿੱਚ ਤਾਂ ਡੈਨਮਾਰਕ ਆਲਰੇਡੀ ਪਹਿਲਾਂ ਹੀ ਆ ਚੁੱਕਿਆ ਹੈ। ਤਾਂ 33 ਨੰਬਰ ਕੁਐਸਚਨ ਕੀ ਕਹਿੰਦਾ ਜੀ? 33 ਨੰਬਰ ਕੁਐਸਚਨ ਕੀ ਕਹਿੰਦਾ ਹੈ? The Election Commission of India launched Khalistan app to ensure faster, transparent and the timely completion of election work। ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇੱਕ ਐਪ ਜਾਰੀ ਕੀਤੀ ਹੈ ਜੀ, ਵੀ ਜਿਹੜੀ ਵੋਟਾਂ ਦਾ ਜਿਹੜਾ ਕੰਮ ਹੈ ਉਹ ਥੋੜ੍ਹਾ ਫਾਸਟਲੀ ਹੋ ਜੇ। ਠੀਕ ਹੈ ਜੀ, ਥੋੜ੍ਹਾ ਜਿਹਾ ਕੀ ਹੋ ਜੇ? ਫਾਸਟਲੀ ਹੋ ਜੇ। ਤਾਂ ਤੁਸੀਂ ਮੈਨੂੰ ਕੀ ਹੈ ਇੱਕ ਇਹਦਾ ਇਲੈਕਸ਼ਨ ਜਿਹੜੀ ਐਪ, ਪਹਿਲਾਂ ਮੈਂ ਦੱਸ ਦਿੰਦਾ ਜੀ ਕਿਹੜੀ ਐਪ ਹੈ, ਜੋ ਗਰੂੜਾ ਐਪ ਹੈ। ਐਪ ਦਾ ਨਾਂ ਤਾਂ ਤੁਹਾਨੂੰ ਮੈਂ ਦੱਸ ਦਿੰਦਾ, ਜਿਹੜੀ ਇਲੈਕਸ਼ਨ ਕਮਿਸ਼ਨ ਨੇ ਜਿਹੜੀ ਐਪ ਲਾਂਚ ਕੀਤੀ ਹੈ ਇਹਦਾ ਨਾਂ ਕੀ ਹੈ ਜੀ? ਗਰੂੜਾ ਐਪ ਹੈ। ਹੁਣ ਇਲੈਕਸ਼ਨ ਕਮਿਸ਼ਨਰ, ਚੀਫ ਇਲੈਕਸ਼ਨ ਕਮਿਸ਼ਨਰ ਤੁਹਾਨੂੰ ਮੈਂ ਦੱਸ ਦਿੰਦਾ ਜੀ ਸੁਸ਼ੀਲ ਚੰਦਰਾ ਹੈ। ਚੀਫ ਇਲੈਕਸ਼ਨ ਕਮਿਸ਼ਨਰ ਕੌਣ ਹੈ ਜੀ? ਸੁਸ਼ੀਲ ਚੰਦਰਾ, ਜਿਹਨੇ ਗਰੂੜਾ ਐਪ ਜਿਹੜੀ ਉਹ ਲਾਂਚ ਕੀਤੀ ਹੈ। ਅਤੇ ਤੁਹਾਨੂੰ ਪਤਾ ਹੈ ਇਲੈਕਸ਼ਨ ਕਮਿਸ਼ਨ ਦੇ ਵਿੱਚ 3 ਬੰਦੇ ਹੁੰਦੇ ਨੇ, ਇੱਕ ਚੀਫ ਹੁੰਦਾ ਅਤੇ ਬਾਕੀ ਜੋ 2 ਹੋਰ ਕਮਿਸ਼ਨਰ ਜਿਹੜੇ ਹੁੰਦੇ ਨਿਯੁਕਤ ਕੀਤੇ ਹੁੰਦੇ ਨੇ। ਉਹਨਾਂ ਦੇ ਜਿਹੜੇ ਤੁਸੀਂ ਨਾਮ ਹੈ ਉਹ ਮੈਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੇਣੇ ਹੈ, ਵੀ ਕਿਹੜੇ 2 ਹੋਰ ਬੰਦੇ ਨੇ ਜਿਹੜੇ ਸੁਸ਼ੀਲ ਚੰਦਰਾ ਦੇ ਨਾਮ ਨਾਲ ਜਿਹੜੇ ਉਹ ਨਾਲ ਅਟੈਚ ਕੀਤੇ ਹੋਏ ਨੇ। ਉਸ ਤੋਂ ਬਾਅਦ ਕੀ ਆ ਗਿਆ ਜੀ? 35ਵਾਂ ਕੁਐਸਚਨ ਕੀ ਕਹਿੰਦਾ ਹੈ? ਵਟ ਇਜ਼ ਦਾ ਥੀਮ ਆਫ ਦਾ ਦਿਸ ਈਅਰ ਵਰਲਡ ਡੇ ਫਾਰ ਦਾ ਆਡੀਓ ਵਿਜ਼ੂਅਲ ਹੈਰੀਟੇਜ ਅਬਜ਼ਰਵਡ ਔਨ ਅਕਤੂਬਰ 27 ਅਕਤੂਬਰ 27 ਨੂੰ ਜਿਹੜਾ ਵਰਲਡ ਆਡੀਓ ਵਿਜ਼ੂਅਲ ਹੈਰੀਟੇਜ ਜਿਹੜਾ ਡੇ ਸੈਲੀਬਰੇਟ ਕੀਤਾ ਜਾਂਦਾ ਹੈ। ਤਾਂ ਉਹਦੀ ਥੀਮ ਤੁਹਾਨੂੰ ਪੁੱਛ ਲਿਆ ਤਾਂ ਕਿਹੜੀ ਹੈ ਜੀ? ਵਿੰਡੋ ਟੂ ਦਾ ਵਰਲਡ। ਠੀਕ ਹੈ ਜੀ, ਯੂਅਰ ਵਿੰਡੋ ਟੂ ਦਾ ਵਰਲਡ। ਉਸ ਤੋਂ ਬਾਅਦ 36ਵਾਂ ਕੁਐਸਚਨ ਕੀ ਕਹਿੰਦਾ ਜੀ? ਇਨਫੈਂਟਰੀ ਡੇ ਅਕਤੂਬਰ 27 ਮਾਰਕ ਦਾ ਵਿਕਟਰੀ ਆਫ ਦਾ ਇੰਡੀਅਨ ਫੋਰਸਿਸ ਇਨ ਵਿਚ ਬੈਟਲ। ਕਿਹੜੀ ਲੜਾਈ ਦੇ ਵਿੱਚ ਜਿਹੜਾ ਇਨਫੈਂਟਰੀ ਡੇ ਜਿਹੜਾ ਹੈ 27 ਅਕਤੂਬਰ ਨੂੰ ਜਿਹੜਾ ਸੈਲੀਬਰੇਟ ਕੀਤਾ ਜਾਂਦਾ ਹੈ ਇੰਡੀਅਨ ਫੋਰਸਿਸ ਦਾ, ਇਨ ਵਿਚ ਬੈਟਲ, ਕਿਸ ਲੜਾਈ ਕਰਕੇ ਜਿਹੜਾ ਹੈ ਉਹ 27 ਅਕਤੂਬਰ ਨੂੰ ਜਿਹੜਾ ਹੈਗਾ ਇਨਫੈਂਟਰੀ ਡੇ ਜਿਹੜਾ ਸੈਲੀਬਰੇਟ ਕੀਤਾ ਜਾਂਦਾ ਹੈ। ਤਾਂ ਦੋਸਤੋ ਤੁਹਾਨੂੰ ਪਤਾ ਹੋਏਗਾ 27 ਅਕਤੂਬਰ 1947 ਨੂੰ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਕੀ ਹੋਈ ਸੀਗੀ? ਲੜਾਈ ਹੋਈ ਸੀਗੀ, ਇੱਕ ਅਟੈਕ ਹੋਇਆ ਸੀਗਾ। ਪਹਿਲੇ ਅਟੈਕ 47 ਦੀ ਆਜ਼ਾਦੀ ਤੋਂ ਬਾਅਦ ਜੇਕਰ ਮੈਂ ਕਹਿਣਾ ਪਹਿਲਾ ਲੜਾਈ ਜਿਹੜੀ ਉਹ ਹੋਈ ਸੀਗੀ। ਅਤੇ ਕਦੋਂ ਹੋਈ ਸੀਗੀ ਜੀ? ਉਹ 27 ਅਕਤੂਬਰ 1947 ਨੂੰ ਹੋਈ ਸੀਗੀ। 27 ਅਕਤੂਬਰ 1947 ਨੂੰ ਹੋਈ ਸੀਗੀ। 27 ਅਕਤੂਬਰ 1947 ਨੂੰ। ਠੀਕ ਹੈ ਨਾ, ਇਸੇ ਦੇ ਬੇਸ 'ਤੇ ਤੁਹਾਨੂੰ ਪਤਾ ਹੈ 27 ਅਕਤੂਬਰ ਨੂੰ ਜਿਹੜਾ ਡੇ ਜਿਹੜਾ ਉਹ ਸੈਲੀਬਰੇਟ ਕੀਤਾ ਜਾਂਦਾ, ਇਨਫੈਂਟਰੀ ਡੇ ਜਿਹੜਾ ਉਹ ਸੈਲੀਬਰੇਟ ਕੀਤਾ ਜਾਂਦਾ ਹੈ। ਅਤੇ ਉਹ ਪੁੱਛ ਲਏ ਤੁਹਾਨੂੰ ਕਿੱਥੇ ਹੋਈ ਸੀਗੀ? ਤਾਂ ਕਸ਼ਮੀਰ ਵੈਲੀ ਦੇ ਵਿੱਚ ਹੋਈ ਸੀਗੀ। ਕਸ਼ਮੀਰ ਵੈਲੀ ਦੇ ਵਿੱਚ, ਠੀਕ ਹੈ, ਕਸ਼ਮੀਰ ਘਾਟੀ ਦੇ ਵਿੱਚ ਹੋਈ ਸੀਗੀ। ਪਹਿਲਾ ਅਟੈਕ ਹੋਇਆ ਸੀਗਾ ਪਾਕਿਸਤਾਨ ਦੇ ਦੁਆਰਾ ਭਾਰਤ ਦੀ ਧਰਤੀ 'ਤੇ। ਉਸ ਤੋਂ ਬਾਅਦ 37ਵਾਂ ਕੁਐਸਚਨ ਕੀ ਕਹਿੰਦਾ ਜੀ? ਐਜ਼ ਆਫ ਦਾ ਅਗਸਤ 2021 ਅਫਗਾਨਿਸਤਾਨ ਐਂਡ ਖਾਲਿਸਤਾਨ ਆਰ ਦਾ ਓਨਲੀ 2 ਨੇਸ਼ਨਸ ਵਿਚ ਰਿਮੇਨਸ ਵਿਦ ਦਾ ਕੰਟੀਨਿਊਡ ਟਰਾਂਸਮਿਸ਼ਨ ਆਫ ਵਾਈਲਡ ਪੋਲੀਓ ਵਾਇਰਸਿਸ। ਪਹਿਲੀ ਗੱਲ ਤਾਂ ਦੇਖੋ, ਜਿੱਥੇ ਅਫਗਾਨਿਸਤਾਨ ਆ ਗਿਆ, ਜਿੱਥੇ ਵੀ ਅਫਗਾਨਿਸਤਾਨ ਆ ਗਿਆ, ਅਫਗਾਨਿਸਤਾਨ ਦੇ ਨਾਲ ਤੁਹਾਨੂੰ ਪਤਾ ਵੀ ਹਰੇਕ ਦੇਸ਼ ਨੇ ਆਪਦੇ ਸੰਬੰਧ ਜਿਹੜੇ ਤੋੜ ਲਏ, ਕਿਉਂਕਿ ਅਫਗਾਨਿਸਤਾਨ 'ਤੇ ਅਟੈਕ ਕਿਹਨੇ ਕਰਤਾ ਜੀ? ਤਾਲਿਬਾਨ ਨੇ ਕਰਤਾ। ਅਤੇ ਉਸ ਤੋਂ ਬਾਅਦ ਜੇਕਰ ਸੰਬੰਧ ਕਿਸੇ ਨੇ ਰੱਖੇ ਤਾਂ ਉਹ ਕਿਹੜਾ ਕੰਟਰੀ ਹੈ ਜੀ? ਪਾਕਿਸਤਾਨ। ਕਿਹੜਾ ਕੰਟਰੀ ਹੈ ਜੀ? ਪਾਕਿਸਤਾਨ। ਤੁਹਾਨੂੰ ਪਤਾ ਕਈ ਦੇਸ਼ਾਂ ਨੇ ਜਿਹੜੀ ਉਹ ਸਪੋਰਟ ਕੀਤੀ ਹੈ, ਜਿਨ੍ਹਾਂ ਵਿੱਚੋਂ ਪਾਕਿਸਤਾਨ ਵੀ ਇੱਕ ਸੀਗਾ, ਵੀ ਬਹੁਤ ਵਧੀਆ ਹੋਇਆ ਤਾਲਿਬਾਨ ਨੇ ਜਿਹੜਾ ਪਾਕਿਸਤਾਨ 'ਤੇ ਅਟੈਕ ਜਿਹੜਾ ਉਹ ਕਰਤਾ। ਠੀਕ ਹੈ ਜੀ। ਤਾਂ ਦੋਸਤੋ ਅੱਜ ਦਾ ਜਿਹੜਾ ਸੈਸ਼ਨ ਹੈ ਮੈਂ ਇੱਥੇ ਹੀ ਸਮਾਪਤ ਕਰੂੰਗਾ, ਕਿਉਂਕਿ ਅੱਜ ਆਪਣਾ ਫਸਟ ਡੇ ਹੈ। ਕੱਲ੍ਹ ਤੋਂ ਜਿਹੜੀ ਆਪਣੀ ਕਲਾਸ ਹੋਏਗੀ ਥੋੜ੍ਹੀ ਜਿਹੀ ਲੰਬੀ ਹੋਏਗੀ। ਠੀਕ ਹੈ ਨਾ, ਤਾਂ ਕੱਲ੍ਹ ਤੋਂ ਜਿਹੜੀ ਕਲਾਸ ਆਪਾਂ ਕੋਸ਼ਿਸ਼ ਕਰਾਂਗੇ ਲਗਭਗ 100 ਕੁਐਸਚਨਸ ਕਵਰ ਅਪ ਕਰਨ ਦੀ। ਤਾਂ ਅੱਜ ਜਿਹੜੇ ਹੈਗੇ 37 ਕੁਐਸਚਨ ਹੈ ਜਿਹੜੇ ਆਪਾਂ ਕਵਰ ਅਪ ਕੀਤੇ ਹੈ। ਤਾਂ ਉਮੀਦ ਕਰਦਾ ਅੱਜ ਦਾ ਜਿਹੜਾ ਤੁਹਾਨੂੰ ਸੈਸ਼ਨ ਹੈ ਜਿਹੜਾ ਬਹੁਤ ਵਧੀਆ ਲੱਗਿਆ ਹੋਏਗਾ। ਤਾਂ ਜੇਕਰ ਸੈਸ਼ਨ ਵਧੀਆ ਲੱਗਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਆਪਣੇ ਯਾਰਾਂ ਦੋਸਤਾਂ ਵਿੱਚ ਸ਼ੇਅਰ ਜ਼ਰੂਰ ਕਰਨਾ ਜੀ। ਓਕੇ ਜੀ, ਥੈਂਕ ਯੂ, ਗੁੱਡ ਬਾਏ, ਟੇਕ ਕੇਅਰ, ਧੰਨਵਾਦ।